ਵਾਹਿਗੁਰੂ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੁਸੀ ਭੀ ਸੱਚ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ ਜੋ ਤਿਸ ਭਾਵੈ ਨਾਨਕਾ। ਸੋਈ ਗੱਲ ਚੰਗੀ ਜਿਹਾ ਚੀਰੀ ਲਿਖਿਆ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ। ਕੱਲੇ ਆਵੇ ਨਾਨਕਾ ਸਦੇ ਉਠੀ ਜਾਹੇ। ਰਾਣਾ ਰਾਉ ਨਾ ਕੋ ਰਹੈ ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ। ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ। ਬੈਠ ਨਹੀਂ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ। ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ। ਬੈਠ ਨਹੀਂ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ। ਬੈਠ ਨਹੀਂ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ। ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ। ਵਾਰੀ ਆਈ ਤੁਰ ਜਾਵਣਾ।
ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ, ਓ ਵਾਰੀ ਆਈ ਜੀ ਤੁਰ ਜਾਵਣਾ, ਵਾਰੀ ਆਈ ਜੀ ਤੁਰ ਜਾਵਣਾ। ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ, ਕਿਸੇ ਨੇ ਰਹਿਣਾ ਨਹੀਂ, ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ, ਇੱਥੇ ਬੈਠ ਨਹੀਂ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ, ਇੱਥੇ ਬੈਠ ਨੀ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ, ਬੈਠ ਨੀ ਕਿਸੇ ਨੇ ਰਹਿਣਾ। ਵਾਰੀ ਆਈ ਤੁਰ, ਇੱਥੇ ਬੈਠ ਨੀ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ, ਬੈਠ ਨੀ ਕਿਸੇ ਨੇ ਰਹਿਣਾ। ਵਾਰੀ ਆਈ ਤੁਰ ਜਾਵਣਾ। ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਏ ਨਾ ਬੰਦੈ ਤੀਰ। ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਵਿੱਚ ਸੁਭਾਏਮਾਨ ਗੁਰੂ ਮਹਾਰਾਜ ਦਾ ਖਾਸ ਰੂਪ ਗੁਰੂ ਪਿਆਰੀ ਸਤ ਸੰਗ ਜੀ ਸਭ ਤੋਂ ਪਹਿਲਾਂ ਬਾਜਾਂ ਵਾਲੇ ਪਾਤਸ਼ਾਹ ਵੱਲੋਂ ਬਖਸ਼ਿਆ ਹੋਇਆ ਚੜ੍ਹਦੀ ਕਲਾ ਵਾਲਾ ਨਾਰਾ ਕਰੀਏ ਜੀ ਬੁਲੰਦ। ਆਪਣੀ ਤੇ ਸਾਡੀ ਰਸਨਾ ਕਰੋ ਜੀ ਪਵਿੱਤਰ, ਦੋ ਵਾਰੀ ਵਾਹਿਗੁਰੂ ਦਾ ਸਿਮਰਨ ਕਰੀਏ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਨੂੰ ਸਾਰੀਆਂ ਹੀ ਸੰਗਤਾਂ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਕਿ ਪਿਛਲੇ ਦਿਨੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਵਿਰਾਜੇ ਸਨ, ਜਿਨ੍ਹਾਂ ਦੀ ਕਿ ਅੰਤਮ ਅਰਦਾਸ 1 ਵਜੇ ਦੇ ਕਰੀਬ ਹੋਵੇਗੀ। ਸੋ ਇਸ ਸਮੇਂ ਕਲਯੁਗ ਦੀ ਭਗਤੀ ਕੀਰਤਨ ਆਰੰਭ ਹੋ ਚੁੱਕੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਕਹਿੰਦੇ ਜਿਹੜੇ ਇਹ ਕਲਯੁਗ ਦਾ ਸਮਾਂ ਚੱਲ ਰਿਹਾ ਹੈ, ਇਹਦੇ ਵਿੱਚ ਕੀਰਤਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਧਾਨ ਦੱਸਿਆ ਵੀ ਇਸ ਘੋਰ ਕਲਯੁਗ ਦੇ ਸਮੇਂ ਦੇ ਵਿੱਚ ਜਿਹੜਾ ਕੀਰਤਨ ਹੈ ਉਹ ਪ੍ਰਧਾਨ ਹੈ। ਪ੍ਰਧਾਨ ਕਿਹਨਾਂ ਦੇ ਲਈ ਹੈ? ਮਹਾਰਾਜ ਕਹਿੰਦੇ ਗੁਰਮੁਖ ਜਪੀਐ ਲਾਏ ਧਿਆਨਾ। ਕਹਿੰਦੇ ਜਿਹੜੇ ਉਸ ਗੁਰੂ ਦੀ, ਉਸ ਪਰਮੇਸ਼ਰ ਦੀ, ਉਸ ਰੱਬ ਜੀ ਦੀ ਬਾਣੀ ਨੂੰ, ਕਥਾ ਨੂੰ, ਕੀਰਤਨ ਨੂੰ ਧਿਆਨ ਲਾ ਕੇ ਸੁਣਦੇ ਨੇ, ਇਕਾਗਰ ਚਿੱਤ ਹੋ ਕੇ ਸੁਣਦੇ ਨੇ, ਉਹਨਾਂ ਦੇ ਲਈ ਇਹ ਕੀਰਤਨ ਪ੍ਰਧਾਨ ਹੈ। ਸੋ ਇਸ ਕੀਰਤਨ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨਾਲ ਭਾਈ ਮਰਦਾਨਾ ਜੀ ਨੂੰ ਲੈ ਕੇ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਸ ਗੁਰੂ ਕੀ ਬਾਣੀ ਦਾ ਕੀਰਤਨ ਕੀਤਾ। ਤੇ ਫਿਰ ਜਿਨ੍ਹਾਂ ਨੇ ਕੀਰਤਨ ਸੁਣ ਲਿਆ ਨਾ, ਵੱਡੇ ਵੱਡੇ ਸੱਜਣ ਠੱਗ ਵਰਗੇ ਵੀ ਸੱਜਣ ਬਣਾ ਦਿੱਤੇ।
ਬਲੀ ਕੰਧਾਰੀ ਵਰਗੇ, ਕੌਡੇ ਰਾਖਸ਼ ਵਰਗੇ, ਉਹਨਾਂ ਦਾ ਉਧਾਰ ਹੋ ਗਿਆ। ਕਿਵੇਂ? ਸਿਰਫ ਇੱਕ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਬਚਨ, ਪਾਵਨ ਗੁਰਬਾਣੀ ਦੀਆਂ ਵਿਚਾਰਾਂ, ਸ਼ਬਦ ਕੀਰਤਨ ਸੁਣ ਲਿਆ ਤੇ ਉਹਨਾਂ ਦਾ ਜੀਵਨ ਬਣ ਗਿਆ। ਤੇ ਹੁਣ ਅਸੀਂ ਆਪਣੇ ਅੰਦਰ, ਆਪਣੇ ਮਨਾਂ ਦੇ ਵਿੱਚ ਝਾਤ ਮਾਰ ਲਈਏ ਵੀ ਆਪਾਂ ਕਿੰਨੇ ਕੁ ਵਾਰੀ ਦਿਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਆਂ ਤੇ ਕਿੰਨੇ ਵਾਰੀ ਸ਼ਬਦ ਕੀਰਤਨ, ਗੁਰਮਤਿ ਵਿਚਾਰਾਂ ਸੁਣਦੇ ਆਂ ਤੇ ਫਿਰ ਵੀ ਅਸੀਂ ਖੜੇ ਕਿੱਥੇ ਆਂ? ਉਹ ਸੱਜਣ ਠੱਗ ਦਾ ਜੀਵਨ ਬਦਲ ਗਿਆ, ਜਿਨੇ ਇੱਕ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਗੁਰੂ ਮਹਾਰਾਜ ਦੀਆਂ ਵਿਚਾਰਾਂ ਸੁਣੀਆਂ। ਤੇ ਅਸੀਂ ਤਾਂ ਅੰਮ੍ਰਿਤ ਵੇਲੇ ਤੋਂ ਹੀ ਸ਼ੁਰੂ ਹੋ ਜਾਂਦੇ ਆਂ। ਅੰਮ੍ਰਿਤ ਵੇਲੇ ਪਾਠੀ ਸਿੰਘ ਸਾਨੂੰ ਹੁਕਮਨਾਮਾ ਸਾਹਿਬ ਨਿਤਨੇਮ ਦੀਆਂ ਬਾਣੀਆਂ ਸੁਣਾਉਂਦੇ ਨੇ, ਗੁਰੂ ਕੀ ਬਾਣੀ ਦੇ ਕੀਰਤਨ ਹੁੰਦੇ ਨੇ। ਤੇ ਅੱਜ ਅਸੀਂ ਕਿੱਥੇ ਖੜੇ ਆਂ? ਅੱਜ ਅਸੀਂ, ਸਾਡਾ ਜੀਵਨ, ਫਿਰ ਅਸੀਂ ਗੁਰੂ ਦੇ ਨਾਲ ਅੱਗੇ ਆ ਕੇ ਕਹਿੰਦੇ ਆ ਕਿ ਸਾਨੂੰ ਆਹ ਨਹੀਂ ਦਿੱਤਾ, ਉਹ ਨਹੀਂ ਦਿੱਤਾ, ਪਰ ਅਸੀਂ ਗੁਰੂ ਦੀ ਬਾਣੀ ਤੇ ਕਿੰਨਾ ਕੁ ਚੱਲੇ ਆਂ? ਸੋ ਅੱਜ ਆਪਾਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਆਂ ਤੇ ਆਪਾਂ ਨੂੰ ਇਹ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਨੇ। ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਜਦੋਂ ਅੰਤ ਸਮਾਂ ਆਇਆ, ਅੰਤ ਸਮਾਂ ਜਦੋਂ ਆਇਆ ਤੇ ਉਹਨਾਂ ਨੇ ਫਿਰ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਤਿਲਕ ਦਿੱਤਾ ਤੇ ਉਹਨਾਂ ਦੇ ਅੱਗੇ ਬੀਬੀ ਭਾਨੀ ਜੀ, ਬੀਬੀ ਦਾਨੀ ਜੀ, ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਸਰਬੱਤ ਸੰਗਤਾਂ ਹੱਥ ਜੋੜ ਕੇ ਖੜ ਗਈਆਂ। ਮਹਾਰਾਜ ਸੱਚੇ ਪਾਤਸ਼ਾਹ, ਤੁਹਾਡਾ ਜਿਹੜਾ ਵਿਛੋੜਾ ਨਾ, ਇਹ ਝੱਲ ਨਹੀਂ ਹੋਣਾ। ਸਾਡੇ ਕੋਲੋਂ ਦੂਰ ਨਾ ਜਾਓ, ਸਾਨੂੰ ਛੱਡ ਕੇ ਨਾ ਜਾਓ। ਅੱਖਾਂ ਦੇ ਵਿੱਚੋਂ ਨੀਰ ਵਗਦਾ ਹੈ, ਜਲ ਡਿੱਗਦਾ, ਕਿਉਂਕਿ ਵਿਛੋੜਾ ਪੈਣਾ ਨਾ। ਫਿਰ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਸਿੱਖੋ, ਜੇ ਤੁਸੀਂ ਮੇਰੇ ਦਰਸ਼ਨ ਕਰਨੇ ਨੇ ਤਾਂ ਗੁਰੂ ਕੀ ਬਾਣੀ ਦੇ ਵਿੱਚੋਂ ਕਰ ਸਕਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਸ਼ਬਦ ਗੁਰੂ ਦੇ ਵਿੱਚੋਂ ਮੇਰੇ ਦਰਸ਼ਨ ਕਰ ਸਕਦੇ ਹੋ। ਜੇ ਸਾਡੇ ਨਾਲ ਗੱਲਾਂ ਕਰਨੀਆਂ ਤੇ ਤੁਸੀਂ ਬਾਣੀ ਪੜੋ, ਇਹ ਸਾਡੇ ਨਾਲ ਹੀ ਗੱਲਾਂ ਨੇ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਤੁਹਾਡੀ ਯਾਦ ਆਵੇਗੀ ਅਸੀਂ ਕੀ ਕਰਾਂਗੇ? ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਅੰਤੈ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਕਹਿੰਦੇ ਸਾਡੇ ਤੋਂ ਪਿੱਛੋਂ ਤੁਸੀਂ ਸਾਰਿਆਂ ਸਿੰਘਾਂ ਨੇ ਇਕੱਤਰ ਹੋ ਕੇ, ਇਕੱਠੇ ਹੋ ਕੇ, ਜਿਵੇਂ ਅੱਜ ਆਪਾਂ ਬੈਠੇ ਆ ਨਾ, ਇਸ ਤਰ੍ਹਾਂ ਬੈਠ ਕੇ ਉਸ ਗੁਰੂ ਕੀ ਬਾਣੀ ਦੇ ਕੀਰਤਨ ਕਰਨੇ ਨੇ, ਗੁਰੂ ਦੀਆਂ ਵਿਚਾਰਾਂ ਕਰਨੀਆਂ ਨੇ। ਤੇ ਫਿਰ ਤੁਹਾਡੇ ਮਨ ਨੂੰ ਦਿਲਾਸਾ ਮਿਲੂਗਾ, ਤੁਹਾਡੇ ਮਨ ਨੂੰ ਸਹਾਰਾ ਮਿਲੂਗਾ। ਜਦੋਂ ਤੁਸੀਂ ਉਸ ਗੁਰੂ ਦੀਆਂ ਪਾਵਨ ਵਿਚਾਰਾਂ, ਪਾਵਨ ਗੁਰਬਾਣੀ ਦੇ ਸ਼ਬਦ ਸੁਣੋਗੇ ਤਾਂ ਤੁਹਾਡੇ ਮਨ ਨੂੰ ਸਹਾਰਾ ਮਿਲੂਗਾ। ਸੋ ਇਸ ਦੁਨੀਆ ਦੇ ਵਿੱਚ ਜਿਹੜਾ ਵੀ ਜੀਵ ਆਇਆ, ਉਸ ਨੇ ਇੱਕ ਦਿਨ ਜਾਣਾ ਜ਼ਰੂਰ ਹੈ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਮਰਨ ਲਖਾਏ ਮੰਡਲ ਮਹਿ ਆਏ। ਕਹਿੰਦੇ ਜਿਸ ਦਿਨ ਤੂੰ ਇਸ ਦੁਨੀਆ ਦੇ ਵਿੱਚ ਆਇਆ, ਉਸ ਦਿਨ ਹੀ ਤੇਰਾ ਮਰਨ ਦਾ ਜਿਹੜਾ ਸਮਾਂ ਹੈ ਨਾ, ਉਹ ਨਿਸ਼ਚਿਤ ਕਰ ਦਿੱਤਾ ਗਿਆ ਵੀ ਅੱਜ ਤੂੰ ਇਸ ਦੁਨੀਆ ਦੇ ਉੱਤੇ ਚੱਲਿਆ ਤੇ ਆਹ ਦਿਨ ਨੂੰ ਤੈਨੂੰ ਵਾਪਸ ਆਉਣਾ ਪਊਗਾ। ਉਸ ਦਿਨ ਹੀ ਤੇਰੇ ਮਰਨ ਦੀ ਤਰੀਕ ਤੈਅ ਹੋਗੀ। ਸਭਨਾ ਮਰਨਾ ਆਇਆ ਵਿਛੋੜਾ ਸਭਨਾਹ। ਕਹਿੰਦੇ ਕਿਸੇ ਨੇ ਵੀ ਨਹੀਂ ਰਹਿਣਾ ਇੱਥੇ। ਜਿੰਨੇ ਵੀ ਪੀਰ ਫਕੀਰ ਔਲੀਏ ਦੇਵਤੇ ਆਏ, ਸਾਰਿਆਂ ਨੇ ਇੱਕ ਦਿਨ ਇੱਥੋਂ ਚਲੇ ਜਾਣਾ। ਸੂਰਜ ਚੜ੍ਹੈ ਵਿਜੋਗ ਸਭ ਸੈ ਘਟੈ ਆਰਜਾ। ਹਰ ਰੋਜ਼ ਜਿਹੜਾ ਸੂਰਜ ਚੜ੍ਹਦਾ ਹੈ, ਹਰ ਰੋਜ਼ ਜਿਹੜਾ ਦਿਨ ਚੜ੍ਹਦਾ ਹੈ ਨਾ, ਇਹ ਵਿਛੋੜੇ ਦਾ ਚੜ੍ਹਦਾ ਹੈ। ਹਰ ਰੋਜ਼ ਸਾਡੀ ਉਮਰ ਹੈ ਜਿਹੜੀ, ਉਹ ਘਟਦੀ ਜਾਂਦੀ ਹੈ। ਪਰ ਭਗਤ ਕਬੀਰ ਜੀ ਲਿਖਦੇ ਨੇ, ਉਹ ਕਹਿੰਦੇ ਜਨਨੀ ਜਾਣਤ ਹੈ ਸੁਤ ਵੱਡਾ ਹੋਤ ਹੈ। ਜਨਨੀ ਆਖਿਆ ਮਾਂ ਨੂੰ, ਕਹਿੰਦੇ ਮਾਂ ਨੂੰ ਇੰਨਾ ਕੁ ਤਾਂ ਪਤਾ ਵੀ ਮੇਰਾ ਪੁੱਤਰ ਹੈ ਜਿਹੜਾ, ਮੇਰੀ ਔਲਾਦ ਵੱਡੀ ਹੋ ਰਹੀ ਹੈ। ਕਹਿੰਦੇ ਇਤਨਾ ਕੋ ਨਾ ਜਾਣੈ ਕਿ ਦਿਨ ਦਿਨ ਅਬਦ
ਘਟਤ ਹੈ। ਕਹਿੰਦੇ ਇਹ ਨਹੀਂ ਜਾਣਦੀ ਵੀ ਇਹਦੀ ਬੇਸ਼ੱਕ ਜਿਹੜੀ ਉਮਰ ਹੈ ਉਹ ਵੱਡੀ ਹੁੰਦੀ ਜਾਂਦੀ ਹੈ, ਪਰ ਜਿਹੜਾ ਇਹਦਾ ਸਮਾਂ ਉਹ ਘਟਦਾ ਜਾਂਦਾ। ਇਸ ਧਰਤੀ ਦੇ ਉੱਤੇ ਜਿਹੜਾ ਸਮਾਂ ਲਿਖਾ ਕੇ ਲਿਆਇਆ ਨਾ, ਉਹ ਸਮਾਂ ਇਹਦਾ ਘਟਦਾ ਜਾਂਦਾ। ਹੁਣ ਆਪਾਂ ਜਿਹੜਾ ਅੱਜ ਇਹ ਸਮਾਂ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਅਤੇ ਇਹਨਾਂ ਦੇ ਪਰਿਵਾਰ ਦੇ ਉੱਤੇ ਆਇਆ ਨਾ, ਇਹ ਸਮਾਂ ਸਾਰਿਆਂ ਤੇ ਹੀ ਆਉਣਾ। ਇੱਕ ਦਿਨ ਇਹ ਸਮਾਂ ਜਿਹੜਾ ਸਾਰਿਆਂ ਤੇ ਹੀ ਆ ਜਾਣਾ। ਜੋ ਪਿਛਲੇ ਸਾਲ ਲੰਘੇ ਨੇ, ਸਾਡੇ ਤੋਂ ਕਿੰਨੇ ਰਿਸ਼ਤੇਦਾਰ ਸਾਕ ਸੰਬੰਧੀ ਕਿੰਨੇ ਚਲੇ ਗਏ, ਪਤਾ ਨਹੀਂ ਉਸ ਧਰਮਰਾਜ ਦਾ ਕਦੋਂ ਸੁਨੇਹਾ ਆ ਜਾਣਾ, ਪਤਾ ਨਹੀਂ ਉਹਨੇ ਕਦੋਂ ਆਪਣੇ ਕੋਲ ਬੁਲਾ ਲੈਣਾ। ਫਿਰ ਜਦੋਂ ਸੁਨੇਹਾ ਆ ਗਿਆ ਫਿਰ ਸਭ ਕੁਝ ਛੱਡ ਕੇ ਜਾਣਾ ਪਊ। ਧੀਆਂ ਪੁੱਤ ਮਹਿਲ ਮਨਾਰੇ ਘਰ-ਬਾਰ ਭੈਣ ਭਾਈ ਰਿਸ਼ਤੇਦਾਰ ਸਾਰਾ ਕੁਝ ਛੱਡ ਕੇ ਇੱਥੋਂ ਜਾਣਾ ਪਊ ਜਦੋਂ ਉਸ ਧਰਮਰਾਜ ਦਾ ਸੁਨੇਹਾ ਆ ਗਿਆ। ਉਹ ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਜੇਗਾ ਮੈਲ ਮਾੜੀਆਂ। ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਜੇਗਾ ਮੈਲ ਮਾੜੀਆਂ। ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮਹਿਲ ਮਾੜੀਆਂ। ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮਹਿਲ ਮਾੜੀਆਂ। ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮਹਿਲ ਮਾੜੀਆਂ। ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮੈਲ ਮਾੜੀਆਂ। ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮੈਲ ਮਾੜੀਆਂ। ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮਹਿਲ ਮਾੜੀਆਂ। ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮਹਿਲ ਮਾੜੀਆਂ। ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮਹਿਲ ਮਾੜੀਆਂ। ਛੱਡ ਦੇਗਾ ਤੂੰ ਮੈਲ ਮਾੜੀਆਂ, ਛੱਡ ਦੇਗਾ ਤੂੰ ਮੈਲ ਮਾੜੀਆਂ। ਛੱਡ ਦੇਗਾ ਤੂੰ ਮਹਿਲ ਮਾੜੀਆਂ, ਛੱਡ ਦੇਗਾ ਤੂੰ ਮਹਿਲ ਮਾੜੀਆਂ। ਛੱਡ ਦੇਗਾ ਤੂੰ ਮਹਿਲ ਮਾੜੀਆਂ, ਛੱਡ ਦੇਗਾ ਤੂੰ ਮਹਿਲ ਮਾੜੀਆਂ। ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਦੇਗਾ ਮਹਿਲ ਮਾੜੀਆਂ। ਧਰਮ ਰਾਜੇ ਦਾ ਸੁਨੇਹਾ ਜਦੋਂ ਆ ਗਿਆ, ਛੱਡ ਦੇਗਾ ਮਹਿਲ ਮਾੜੀਆਂ। ਸਾਰਾ ਕੁਝ ਛੱਡ ਕੇ ਜਾਣਾ ਪਊ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸੁਨੇਹਾ ਆ ਗਿਆ। ਫਿਰ ਸਾਰਾ ਕੁਝ ਇੱਥੋਂ ਛੱਡ ਕੇ ਜਾਣਾ ਪਊਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਕਹਿੰਦੇ ਇੱਕ ਦਮ ਦੇ ਆਦਮੀ ਆ ਅਸੀਂ, ਜੇ ਤਾਂ ਦਮ ਆ ਰਿਹਾ ਫਿਰ ਤਾਂ ਅਸੀਂ ਆਦਮੀ ਐ, ਤੇ ਜੇ ਇਹ ਦਮ ਰੁਕ ਗਿਆ ਫਿਰ ਮਿੱਟੀ ਦੀ ਢੇਰੀਆਂ। ਆਖੋ ਸਤਨਾਮ ਸ੍ਰੀ। ਫਿਰ ਕਹਿੰਦੇ ਮਿੱਟੀ ਦੀ ਢੇਰੀਆਂ, ਤੇ ਇਹ ਜਿਹੜਾ ਦਮ ਜਿਹੜਾ ਸਾਹ ਆ ਰਿਹਾ ਨਾ, ਇਹਦਾ ਭਰੋਸਾ ਕੋਈ ਨਹੀਂ, ਕੋਈ ਭਰੋਸਾ ਨਹੀਂ ਇਹਦਾ, ਕੋਈ ਭਰੋਸਾ ਨਹੀਂ ਵੀ ਜਿਹੜਾ ਅੰਦਰ ਸਾਹ ਗਿਆ ਇਹ ਬਾਹਰ ਆਉਣਾ ਕਿ ਨਹੀਂ ਆਉਣਾ। ਇਸ ਦਮ ਦਾ ਕੋਈ ਭਰੋਸਾ ਨਹੀਂ।
ਕੋਈ ਭਰੋਸਾ ਨਹੀਂ। ਜਦੋਂ ਬੰਦੇ ਦਾ ਸਮਾਂ ਆ ਗਿਆ, ਵਿਦਵਾਨ ਲੋਕ ਲਿਖਦੇ ਨੇ, ਉਹ ਕਹਿੰਦੇ ਦੇਸ ਕਾਲ ਵਸਤੂ, ਦੇਸ ਉਹ ਥਾਂ, ਕਾਲ ਸਮਾਂ, ਵਸਤੂ ਉਹ ਚੀਜ਼। ਉਹ ਬਿਮਾਰੀ ਵੀ ਹੋ ਸਕਦੀ ਹੈ, ਐਕਸੀਡੈਂਟ ਵੀ ਹੋ ਸਕਦਾ ਹੈ। ਜਦੋਂ ਇਹ ਤਿੰਨੇ ਇਕੱਠੇ ਹੋ ਗਏ, ਫਿਰ ਕਹਿੰਦੇ ਬੰਦੇ ਦਾ ਅੰਤ ਹੋ ਜਾਣਾ। ਜਦੋਂ ਇਹ ਤਿੰਨੇ ਇਕੱਠੇ ਹੋ ਗਏ, ਜਿਵੇਂ ਭਾਈ ਸਾਹਿਬ ਭਾਈ ਚਮਕੌਰ ਸਿੰਘ ਦੀ ਇੱਕ ਐਕਸੀਡੈਂਟ ਦੇ ਨਾਲ ਮੌਤ ਹੋਈ ਹੈ, ਇੱਕ ਬਹਾਨਾ ਬਣਨਾ ਹੁੰਦਾ ਹੈ। ਇਹ ਤਿੰਨੇ ਚੀਜ਼ਾਂ ਕਹਿੰਦੇ ਜਦੋਂ ਦੇਸ ਕਾਲ ਵਸਤੂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਜਿਸ ਦਿਨ, ਉਸ ਦਿਨ ਬੰਦੇ ਦਾ ਅੰਤ ਹੋ ਜਾਣਾ। ਜਿਵੇਂ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਫੌਜ ਦੇ ਨਾਲ, ਸਿੰਘਾਂ ਦੇ ਨਾਲ ਨਿਕਲੇ ਨੇ ਆਨੰਦਪੁਰ ਸਾਹਿਬ ਦੇ ਵਿੱਚੋਂ। ਇੱਕ ਦਰਿਆ ਦੇ ਕੰਢੇ ਤੇ ਪਹੁੰਚੇ ਨੇ। ਦਰਿਆ ਦੇ ਕੰਢੇ ਤੇ ਜਦੋਂ ਪਹੁੰਚੇ, ਦਰਿਆ ਦੇ ਵਿੱਚ ਮੱਛੀਆਂ ਦੇਖ ਰਹੇ ਨੇ। ਮੱਛੀਆਂ ਦਰਿਆ ਦੇ ਵਿੱਚ ਮੱਛੀਆਂ ਫਿਰਦੀਆਂ ਨੇ, ਪਾਣੀ ਦੇ ਵਿੱਚ ਚਹਿਲ ਪਹਿਲ ਕਰ ਰਹੀਆਂ ਨੇ, ਉੱਪਰ ਉੱਪਰ ਨੂੰ ਉਛਲ ਰਹੀਆਂ ਨੇ, ਛਾਲਾਂ ਲਗਾ ਰਹੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮੱਛੀਆਂ ਵੱਲ ਤੱਕਿਆ, ਤੇ ਜਦੋਂ ਮੱਛੀਆਂ ਵੱਲ ਤੱਕਿਆ ਹੱਸਣ ਲੱਗ ਪਏ। ਹੱਸ ਰਹੇ ਨੇ ਮੱਛੀਆਂ ਨੂੰ ਦੇਖ ਕੇ। ਸਿੰਘ ਪੁੱਛਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਏਦਾਂ ਦੀ ਕੀ ਗੱਲ ਹੋ ਗਈ ਕਿ ਤੁਹਾਨੂੰ ਹਾਸਾ ਆ ਰਿਹਾ ਏ? ਤੁਸੀਂ ਮੱਛੀਆਂ ਨਹੀਂ ਦੇਖੀਆਂ ਪਹਿਲਾਂ ਕਦੇ, ਤੁਸੀਂ ਇਹਨਾਂ ਮੱਛੀਆਂ ਵੱਲ ਦੇਖ ਕੇ ਕਿਉਂ ਹੱਸ ਰਹੇ ਹੋ? ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਪਰ ਨਿਗਾਹ ਮਾਰੀ, ਅਸਮਾਨ ਵੱਲ ਜਦੋਂ ਨਿਗਾਹ ਮਾਰੀ, ਅਸਮਾਨ ਵੱਲ ਕੀ ਦੇਖਿਆ? ਉੱਪਰ ਇੱਕ ਐਲ ਉੱਡ ਰਹੀ ਹੈ, ਐਲ ਉੱਡ ਰਹੀ ਹੈ, ਗੇੜੇ ਕੱਢ ਰਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਉਸ ਐਲ ਲਈ ਦੇਖਦੇ ਨੇ ਤੇ ਮੁਸਕਰਾਉਂਦੇ ਨੇ। ਹੁਣ ਸਿੰਘ ਹੈਰਾਨ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਹੜੀ ਗੱਲੋਂ ਹੱਸ ਰਹੇ ਨੇ। ਇਹ ਨਹੀਂ ਪਤਾ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਦਿਲਾਂ ਦੀਆਂ ਜਾਣਨ ਵਾਲੇ, ਉਹਨਾਂ ਨੂੰ ਪਤਾ ਭਾਣਾ ਕੀ ਵਾਪਰਨ ਵਾਲਾ, ਕੀ ਭਾਣਾ ਵਾਪਰਨ ਵਾਲਾ। ਇਹਨੇ ਨੂੰ ਜੰਗਲ ਦੇ ਵਿੱਚੋਂ ਇੱਕ ਮਿਰਗ, ਇੱਕ ਹਿਰਨ ਆਇਆ, ਜਿਹਨੂੰ ਅਸੀਂ 12 ਸਿੰਘਾ ਕਹਿੰਦੇ ਆ। ਉਹ ਭੱਜਿਆ ਆਉਂਦਾ, ਸਾਹੋ ਸਾਹੀ ਆ ਕੇ ਉਹਨੇ ਆਪਣਾ ਮੂੰਹ ਹੈ ਜਿਹੜਾ ਉਹ ਪਾਣੀ ਦੇ ਵਿੱਚ ਡਬੋਇਆ, ਤੇ 2-4 ਘੁੱਟਾਂ ਪਾਣੀ ਦੀਆਂ ਜਦੋਂ ਛਕੀਆਂ ਉਸ 12 ਸਿੰਘੇ ਨੇ, ਇਸ ਮੱਛੀ ਦੀ ਜਿਹੜੀ ਨਿਗਾਹ ਉਸ ਮਿਰਗ ਦੇ, ਉਸ ਹਿਰਨ ਦੇ ਅੱਖ ਤੇ ਗਈ ਹੈ ਕਿ ਮੈਂ ਇਹਦੀ ਅੱਖ ਨੂੰ ਖਾਣਾ ਕਰਾਂ। ਤੇ ਇਹ ਜਦੋਂ ਮੱਛੀ ਇਹਦੀ ਅੱਖ ਨੂੰ ਖਾਣਾ ਆਉਂਦੀ ਹੈ, ਇਹਨੇ ਪਾਣੀ ਦੇ ਵਿੱਚੋਂ ਜਦੋਂ ਛਾਲ ਮਾਰੀ, ਆ ਕੇ ਇਹਦੇ ਸਿੰਗਾਂ ਦੇ ਵਿੱਚ ਡਿੱਗ ਪਈ। 12 ਸਿੰਘਾਂ ਦੇ ਮੱਛੀ ਸਿੰਗਾਂ 'ਚ ਫਸ ਗਈ। ਤੇ ਉੱਪਰ ਜਿਹੜੀ ਐਲ ਹੈ, ਇਹਨੇ ਆਪਣੇ ਸ਼ਿਕਾਰ ਲਈ ਨਿਗਾਹ ਮਾਰੀ ਕਿ ਮੈਂ ਜਿਹੜਾ ਆਪਣਾ ਸ਼ਿਕਾਰ ਕਰਾਂ। ਇਹ ਐਲ ਨੇ ਝਪਟ ਮਾਰ ਦਿੱਤੀ ਇਸ ਮੱਛੀ ਦੇ ਉੱਤੇ ਆਪਣੇ ਪੰਜਿਆਂ ਦੇ ਨਾਲ। ਜਦੋਂ ਮੱਛੀ ਨੂੰ ਫੜਿਆ ਤੇ ਉੱਡਣ ਲੱਗੀ, ਇਹਦੇ ਖੰਭ ਵੀ ਉਸ 12 ਸਿੰਘੇ ਦੇ ਸਿੰਗਾਂ 'ਚ ਫਸ ਗਏ। ਹੁਣ ਇਹ ਫੜਾਉਂਦੇ ਨੇ, ਸਿੰਗਾਂ 'ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ। ਇੰਨਾ ਦੇਖਦਿਆਂ ਦੇਖਦਿਆਂ ਇੱਕ ਪਾਸਿਓਂ ਤੀਰ ਆਇਆ, ਹਿਰਨ ਦੇ ਮੱਥੇ ਦੇ ਵਿੱਚ ਵੱਜਿਆ, ਤੇ ਨਾਲ ਹੀ ਮੱਛੀ ਵਿੱਚ ਦੀ ਲੰਘ ਗਿਆ, ਤੇ ਨਾਲ ਹੀ ਉਸ ਐਲ ਵਿੱਚ ਦੀ ਲੰਘ ਗਿਆ। ਤਿੰਨਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇੱਕੋ ਸਮੇਂ ਜਦੋਂ ਮੌਤ ਹੋਈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਇਹ ਤੀਰ ਆਇਆ ਕਿੱਧਰੋਂ ਆ। ਸਿੰਘਾਂ ਨੂੰ ਨਾਲ ਲੈ ਕੇ ਉਸ ਤੀਰ ਦੇ ਆਉਣ ਦੀ ਦਿਸ਼ਾ ਵਿੱਚ ਜਦੋਂ ਗਏ, ਕੀ ਦੇਖਦੇ ਆ? ਇੱਕ ਦਰਖਤ ਥੱਲੇ ਜਿਹੜੀ ਦਿਸ਼ਾ ਵਿੱਚੋਂ ਤੀਰ ਆਇਆ, ਉੱਥੇ ਇੱਕ ਸ਼ਿਕਾਰੀ ਡਿੱਗਿਆ ਪਿਆ, ਜਿਹਨੇ ਤੀਰ ਛੱਡਿਆ। ਜਿਹਨੇ ਤੀਰ ਛੱਡਿਆ ਉਹ ਸ਼ਿਕਾਰੀ ਡਿੱਗਿਆ ਪਿਆ। ਤੇ ਡਿੱਗੇ ਹੋਏ ਸ਼ਿਕਾਰੀ ਦਾ ਇਹ ਪਤਾ ਲੱਗ ਗਿਆ ਦਾ ਵੀ ਇਹ ਸ਼ਿਕਾਰੀ ਨੇ ਤੀਰ ਮਾਰਿਆ, ਤੇ ਫਿਰ ਇਹ ਡਿੱਗਿਆ ਕਿਉਂ? ਤੇ ਨਾਲ ਹੀ ਇੱਕ ਸੱਪ ਮਰਿਆ ਪਿਆ। ਕਹਿੰਦੇ ਇਧਰੋਂ ਸ਼ਿਕਾਰੀ ਨੇ ਤੀਰ ਛੱਡਤਾ, ਤੇ ਜਿੱਥੇ ਖੜ ਕੇ ਤੀਰ ਛੱਡਿਆ ਉੱਥੇ ਇੱਕ ਸੱਪ ਦੀ ਖੁੱਡ ਹੈ, ਤੇ ਸੱਪ ਉਸ ਖੁੱਡ ਦੇ ਵਿੱਚੋਂ ਨਿਕਲਿਆ, ਤੇ ਨਾਲ ਹੀ ਉਹਨੇ ਸ਼ਿਕਾਰੀ ਦੇ ਪੈਰ ਦੇ ਉੱਤੇ ਡੰਗ ਮਾਰ ਦਿੱਤਾ। ਸ਼ਿਕਾਰੀ ਦਾ ਤੀਰਾਂ ਵਾਲਾ ਪੱਥਾ, ਜਿਹੜੇ ਤੀਰ ਆ ਉਹ ਸੱਪ ਦੇ ਉੱਤੇ ਡਿੱਗ ਕੇ ਨਾਲ ਹੀ ਸੱਪ ਦੀ ਮੌਤ ਹੋ ਗਈ। ਪੰਜਾਂ ਦੀ ਮੌਤ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਲ ਕਹਾਂ ਥਲ ਕਹਾਂ ਗगन के गौन कहाँ, काल के बनाए सब काल ही चबाहेंगे।
ਸਿੱਖਾਂ ਨੂੰ ਸਾਰੀ ਕਹਾਣੀ ਪਤਾ ਲੱਗ ਗਈ। ਕਹਿੰਦੇ ਇਹ ਸਾਰਾ ਕੁਝ ਕਾਲ ਦੇ ਅਧੀਨ ਹੈ, ਇੱਥੇ ਅਸੀਂ ਕੁਝ ਕਰ ਵੀ ਨਹੀਂ ਸਕਦੇ। ਜੇ ਸਾਨੂੰ ਆ ਕੇ ਜਮਦੂਤ ਕਹਿ ਦੇਣ ਨਾ ਵੀ ਸ਼ਾਮ ਨੂੰ ਤੇਰੀ ਮੌਤ ਹੋਣੀ ਹੈ, ਭੱਜ ਲਾ ਜਿੱਥੇ ਭੱਜਦਾ, ਫਿਰ ਅਸੀਂ ਭੱਜ ਕੇ ਉੱਥੇ ਹੀ ਜਾਵਾਂਗੇ ਜਿੱਥੇ ਸਾਡੀ ਮੌਤ ਹੋਣੀ ਹੈ। ਜਾਣਾ ਉੱਥੇ ਮੌਤ ਤੋਂ ਬਚਣ ਦੇ ਲਈ ਹੈ। ਇਹ ਭਾਣਾ ਇਹ ਮੰਨਣਾ ਪੈਣਾ, ਕੁਝ ਨਹੀਂ ਕਰ ਸਕਦੇ, ਕਿਉਂਕਿ ਆਪ ਕਲਾ ਧਾਰਨ ਰੈਣ ਜਗ ਮੇ ਪਰਵਰਿਓ। ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਕਰਨ ਨੂੰ ਕੀ ਨਹੀਂ ਕਰ ਸਕਦੇ ਸੀ, ਪਰ ਉਹਨਾਂ ਨੂੰ ਵੀ ਤੱਤੀ ਤਵੀ ਦੇ ਉੱਤੇ ਚੌਂਕੜਾ ਮਾਰ ਕੇ ਕਹਿਣਾ ਪਿਆ ਤੇਰਾ ਕੀਆ ਮੀਠਾ ਲੱਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਕਾਲ ਦੇ ਅਧੀਨ ਹੈ, ਜਿਨ੍ਹਾਂ ਨੂੰ ਅਸੀਂ ਤ੍ਰੇਤੇ ਦੇ ਅਵਤਾਰ ਭਗਵਾਨ ਕਹਿੰਦੇ ਆ। ਸ੍ਰੀ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵਾ ਜੀ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹ ਵੀ ਕਾਲ ਦੇ ਅਧੀਨ ਹੈ। ਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ ਕਾਲ ਪਾਏ ਬ੍ਰਹਮਾ ਬੱਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਇਹ ਜਿਹੜੀ ਖੇਡ ਹੈ ਨਾ, ਇਹ ਸਾਰੀ ਕਾਲ ਦੀ ਹੈ। ਜਦੋਂ ਦੇਸ਼ ਕਾਲ ਵਸਤੂ ਤਿੰਨੇ ਜਗ੍ਹਾ ਇੱਕ ਥਾਂ ਇਕੱਠੀਆਂ ਹੋ ਗਈਆਂ ਤੇ ਉਸ ਪ੍ਰਭੂ ਪਰਮਾਤਮਾ ਵੱਲੋਂ ਲਿਖੀ ਹੋਈ ਜਿਹੜੀ ਆਰਜ਼ੂ ਹੈ ਉਹ ਪੂਰੀ ਹੋ ਗਈ, ਫਿਰ ਸਾਡਾ ਸਰੀਰ ਇੱਥੇ ਰਹਿ ਜਾਣਾ ਤੇ ਉੱਪਰ ਸਿਰਫ ਆਤਮਾ ਜਾਏਗੀ। ਆਤਮਾ ਜਾਏਗੀ ਪਰਮਾਤਮਾ ਦੇ ਕੋਲੇ, ਸਰੀਰ ਹੈ ਜਿਹੜਾ ਉਹ ਇੱਥੇ ਰਹਿ ਜਾਣਾ। ਜਿਵੇਂ ਪਾਣੀ ਦੇ ਵਿੱਚੋਂ ਛੱਲਾਂ ਉੱਠਦੀਆਂ ਨੇ, ਛੱਲਾਂ ਉੱਠਦੀਆਂ ਨੇ ਬਾਅਦ ਵਿੱਚ ਪਾਣੀ 'ਚ ਹੀ ਸਮਾ ਜਾਂਦੀਆਂ, ਥੱਲੇ ਹੀ ਰਹਿ ਜਾਂਦੀਆਂ। ਅੱਗ ਦੇ ਵਿੱਚੋਂ ਭਾਂਬੜ ਨਿਕਲਦੇ ਨੇ, ਭਾਂਬੜਾਂ ਦੇ ਵਿੱਚੋਂ ਫਲੂਹੇ ਨਿਕਲਦੇ ਨੇ, ਉਹ ਉੱਪਰ ਨੂੰ ਜਾਂਦੇ ਨੇ ਪਰ ਵਾਪਸ ਫੇਰ ਥੱਲੇ ਹੀ ਆ ਜਾਂਦੇ ਨੇ। ਸਾਰੀ ਚੀਜ਼ ਜਿੰਨੀ ਵੀ ਇਸ ਦੁਨੀਆ ਦੇ ਉੱਤੇ ਚੀਜ਼ ਬਣੀ ਹੈ, ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਜੇ ਉੱਪਰ ਜਾਣੀ ਹੈ, ਇੱਕ ਤੇਰੀ ਆਤਮਾ ਹੀ ਜਾਣੀ ਹੈ। ਆਤਮਾ ਹੀ ਤੇਰੀ ਉਸ ਪ੍ਰਭੂ ਪਰਮੇਸ਼ਰ ਕੋਲੇ ਜਾਣੀ ਹੈ। ਹੁਣ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਕਹਿੰਦੇ ਤੂੰ ਆਪਣੇ ਦਿਲ ਨੂੰ ਹਰ ਰੋਜ਼ ਖੋਜ ਵੀ ਜਿਹੜੀ ਤੇਰੀ ਆਤਮਾ ਇਹ ਤੂੰ ਕਿੰਨੀ ਕੁ ਪਵਿੱਤਰ ਕੀਤੀ ਆ ਇਸ ਧਰਤੀ ਤੇ ਆ ਕੇ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕਹਿੰਦੇ ਇਸ ਸੰਸਾਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਤੈਨੂੰ ਨਾਮ ਜਪਣ ਦੇ ਲਈ, ਉਸ ਪ੍ਰਭੂ ਪਰਮੇਸ਼ਰ ਦੀ ਬੰਦਗੀ ਕਰਨ ਦੇ ਲਈ ਭੇਜਿਆ ਸੀ, ਤੇ ਤੂੰ ਇਸ ਦੁਨੀਆ ਦੇ ਉੱਤੇ ਆ ਕੇ ਕੀ ਕੀਤਾ ਫਿਰ। ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਕੀ ਕੀਤਾ ਇਸ ਦੁਨੀਆ ਤੇ ਆ ਕੇ। ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਕਰਨੀ ਸੀ, ਪਰ ਤੂੰ ਇਸ ਦੁਨੀਆ ਦੇ ਝੂਠੇ ਮੋਹ ਦੇ ਵਿੱਚ, ਵਿਕਾਰਾਂ ਦੇ ਵਿੱਚ ਫਸ ਗਿਆ, ਉਸ ਪ੍ਰਭੂ ਪਰਮੇਸ਼ਰ ਨੂੰ ਭੁੱਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਨਹੀਂ ਕਹਿੰਦੇ ਕਿ ਦੁਨਿਆਵੀ ਕੰਮ ਛੱਡ ਦੇਣੇ ਆ, ਹਰ ਸਮੇਂ ਬਸ ਇੱਕ ਪਾਸੇ ਬੈਠ ਕੇ ਨਾਮ ਹੀ ਜਪੀ ਜਾਣਾ। ਕਹਿੰਦੇ ਨਹੀਂ ਭਾਈ, ਨਾਮਾ ਕਹੇ ਤਰਲੋਚਨਾ ਮੁਖ ਤੇ ਨਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਤੂੰ ਹੱਥਾਂ ਪੈਰਾਂ ਦੇ ਨਾਲ ਕੰਮ ਵੀ ਕਰੀ ਜਾ, ਪਰ ਆਪਣੇ ਮਨ ਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਲ, ਉਸ ਪਰਮੇਸ਼ਰ ਦੇ ਨਾਲ ਜੋੜ ਕੇ ਰੱਖ, ਜਿਨੇ ਤੇਰਾ ਉਧਾਰ ਕਰਨਾ, ਜਿਹਦੀ ਕਚਹਿਰੀ ਦੇ ਵਿੱਚ ਤੂੰ ਜਾ ਕੇ ਇੱਕ ਦਿਨ ਪੇਸ਼ ਹੋਣਾ। ਫਿਰ ਉੱਥੇ ਕਿਹੜਾ ਮੁਖ ਲੈ ਕੇ ਜਾਵੇਂਗਾ ਕਿ ਮੈਂ ਇਸ ਦੁਨੀਆ ਧਰਤੀ ਦੇ ਉੱਤੇ ਜਾ ਕੇ ਕਿਹੜੇ ਕੰਮ ਕਰਕੇ ਆਇਆ। ਪਰ ਅੱਜ ਜੇ ਸਾਨੂੰ ਕੋਈ ਕਹਿ ਦੇਵੇ ਨਾ, ਬੰਦਾ ਸਿਆਣਾ ਬੰਦਾ ਬਜ਼ੁਰਗ ਸਾਡੇ ਕਹਿ ਦੇਣ ਪੁੱਤਰਾ ਇਹ ਕੰਮ ਏਦਾਂ ਨਹੀਂ ਹੁੰਦਾ, ਤੂੰ ਏਦਾਂ ਕਰ ਲਿਆ ਕਰ, ਉਹ ਕਹਿੰਦੇ ਬਹਿ ਜਾ ਬਾਪੂ ਚੁੱਪ ਕਰਕੇ, ਤੇਰੀਆਂ ਸਿਵਿਆਂ 'ਚ ਲੱਤਾਂ ਨੇ, ਸਾਨੂੰ ਮੱਤਾਂ ਦਿੰਦਾ, ਤੂੰ ਬਹਿ ਜਾ ਚੁੱਪ ਕਰਕੇ, ਤੈਨੂੰ ਕੀ ਪਤਾ। ਪਰ ਅੱਜ ਸਿਵਿਆਂ 'ਚੋਂ ਲੱਤਾਂ ਬਾਹਰ ਕਿਹਦੀਆਂ ਨੇ। ਅੱਜ ਜੰਮਦੇ ਬੱਚਿਆਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਨੇ ਘੇਰ ਲਿਆ। ਅੱਜ ਥਾਂ ਐਕਸੀਡੈਂਟ ਹੁੰਦੇ, ਥਾਂ ਐਕਸੀਡੈਂਟ ਹੋ ਰਹੇ ਨੇ, ਥਾਂ ਐਕਸੀਡੈਂਟ ਹੋ ਰਹੇ ਨੇ। ਅੱਜ ਲੱਤਾਂ ਬਾਹਰ ਕਿਹਦੀਆਂ ਨੇ। ਸੋ ਇਸ ਕਰਕੇ ਜਦੋਂ ਸਮਾਂ ਆ ਗਿਆ
ਸੁਨੇਹਾ ਆ ਗਿਆ। ਫਿਰ ਅਸਾਂ ਪੜ੍ਹਦੇ ਆ ਨਾ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਵਨ ਬਚਨ, ਜੇਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਕਹਿੰਦੇ ਜਦੋਂ ਉਸ ਪ੍ਰਮਾਤਮਾ ਦਾ ਸੁਨੇਹਾ ਆ ਗਿਆ ਫਿਰ ਸੱਦੇ ਉੱਠੀ ਜਾਹੇ। ਫੇਰ ਨਹੀਂ ਤੂੰ ਕੀ ਕਹਿ ਸਕਦਾ ਮੈਂ ਆਹ ਕੰਮ ਕਰਨਾ ਜਾਂ ਮੈਂ ਉਹ ਕੰਮ ਕਰਨਾ, ਫਿਰ ਸੱਦੇ ਉੱਠੀ ਜਾਹੇ। ਕੋਈ ਨਹੀਂ ਬਚਿਆ। ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ। ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜੀ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ। ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ। ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ। ਸੱਦਿਆਂ ਤੇ ਜਾਣਾ ਜੀ, ਸੱਦਿਆਂ ਤੇ ਜਾਣਾ ਹੀ ਪੈਣਾ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ। ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ ਜੀ, ਸੱਦਿਆਂ ਤੇ ਜਾਣਾ ਪੈਣਾ। ਹਾਂ ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ। ਸੱਦਿਆਂ ਤੇ ਜਾਣਾ ਜੀ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ। ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜੀ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ, ਸੱਦਿਆਂ ਤੇ ਜਾਣਾ ਪੈਣਾ। ਕੱਲੇ ਜੱਗ ਆਈ ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ। ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ, ਕੱਲੇ ਜੱਗ ਆਈ ਦਾ ਸੱਦਿਆਂ ਤੇ ਜਾਣਾ ਪੈਣਾ। ਜੇ ਹਾਜ਼ਰੀ ਲਿਖਿਆ ਤੇਹਾ ਹੁਕਮ ਕਮਾਗੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਗੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੁਨੇਹਾ ਆ ਗਿਆ ਫਿਰ ਤੈਨੂੰ ਉਹਦੇ ਸੁਨੇਹੇ ਤੇ ਜਾਣਾ ਪੈਣਾ। ਇਸ ਕਰਕੇ ਹਰ ਸਮੇਂ ਉਸ ਪ੍ਰਭੂ ਪਰਮੇਸ਼ਰ ਸੱਚੇ ਪਾਤਸ਼ਾਹ ਨੂੰ ਯਾਦ ਰੱਖ। ਤੇ ਜਿਹੜੇ ਮਨੁੱਖ ਦੇ ਰੱਬ ਸਦਾ ਯਾਦ ਰਹਿੰਦਾ ਨਾ ਉਹਦੇ ਮੌਤ ਸਦਾ ਯਾਦ ਰਹਿੰਦੀ ਹੈ, ਤੇ ਜਿਹਨੂੰ ਰੱਬ ਭੁੱਲ ਜਾਂਦਾ ਉਹਨੂੰ ਫਿਰ ਮੌਤ ਵੀ ਭੁੱਲ ਜਾਂਦੀ ਹੈ, ਉਹਨੂੰ ਫਿਰ ਮੌਤ ਵੀ ਭੁੱਲ ਜਾਂਦੀ ਹੈ। ਜਿਹਦੇ ਇਹ ਗੱਲ ਸਦਾ ਯਾਦ ਰਹਿੰਦੀ ਹੈ ਕਿ ਮੈਂ ਇੱਕ ਦਿਨ ਮਰ ਜਾਣਾ, ਇਸ ਰੰਗਲੀ ਦੁਨੀਆ ਨੂੰ ਛੱਡ ਜਾਣਾ, ਉਸ ਮਨੁੱਖ ਨੂੰ ਸਦਾ ਰੱਬ ਯਾਦ ਰਹਿੰਦਾ ਹੈ, ਸਦਾ ਰੱਬ ਯਾਦ ਰਹਿੰਦਾ। ਉਦਾਹਰਨ ਵਜੋਂ ਜੇ ਅਸੀਂ ਬਾਹਰ ਕਿਤੇ ਜਾਂਦੇ ਹੋਈਏ ਨਾ, ਕਿਸੇ ਮੋਟਰਸਾਈਕਲ ਤੇ ਗੱਡੀ ਤੇ ਜਾਂਦੇ ਆ
ਕੋਈ ਅੱਗਿਓਂ ਦੀ ਸਾਡੇ ਚੀਜ਼ ਮੂਹਰੇ ਦੀ ਇੱਕਦਮ ਤੇਜ਼ੀ ਨਾਲ ਲੰਘ ਜਾਵੇ ਤੇ ਅਸੀਂ ਬ੍ਰੇਕਾਂ ਮਾਰਦੇ ਆਂ ਤੇ ਆਟੋਮੈਟਿਕ ਹੀ ਸਾਡੇ ਮੂੰਹ ਦੇ ਵਿੱਚੋਂ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ। ਆਟੋਮੈਟਿਕ ਹੀ ਵਾਹਿਗੁਰੂ ਦਾ ਸਿਮਰਨ ਹੋ ਜਾਂਦਾ। ਕਿਉਂ? ਕਿਉਂਕਿ ਸਾਡੇ ਮੂਹਰੇ ਮੌਤ ਆ ਗਈ ਸੀ। ਜਦੋਂ ਮੌਤ ਸਾਡੇ ਮੂਹਰੇ ਆ ਗਈ ਫਿਰ ਸਾਨੂੰ ਇੱਕਦਮ ਰੱਬ ਯਾਦ ਆ ਜਾਂਦਾ, ਇੱਕਦਮ ਰੱਬ ਯਾਦ ਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰ ਇਸੇ ਝੂਠੇ ਸੁਪਨਿਆਂ ਦੇ ਵਿੱਚ ਤੂੰ ਉਲਝਿਆ ਫਿਰਦਾ। ਕਹਿੰਦੇ ਜੈਸੇ ਸੁਪਨਾ ਰੈਣ ਕਾ ਤੈਸੋ ਸੰਸਾਰਾ। ਕਹਿੰਦੇ ਜਿਹੋ ਜਿਹਾ ਸੁਪਨਾ ਰਾਤ ਦਾ ਨਾ, ਰਾਤ ਨੂੰ ਸਾਨੂੰ ਹੁਣ ਸੁਪਨਾ ਆਉਂਦਾ ਰਾਜੇ ਤੋਂ ਭਿਖਾਰੀ ਬਣ ਜਾਂਦਾ ਬੰਦਾ, ਭਿਖਾਰੀ ਤੋਂ ਰਾਜਾ ਬਣ ਜਾਂਦਾ, ਪਰ ਜਦੋਂ ਅੱਖ ਖੁੱਲਦੀ ਹੈ ਉਦੋਂ ਉਸੇ ਹੀ ਮੰਜੇ ਤੇ ਪਿਆ ਹੁੰਦਾ, ਕੁਝ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਜੈਸੇ ਸੁਪਨਾ ਰੈਣ ਕਾ ਤੈਸੋ ਸੰਸਾਰਾ। ਇਹੋ ਜਿਹਾ ਹੀ ਕਹਿੰਦੇ ਸੁਪਨਾ ਸੰਸਾਰ ਦਾ ਹੈ। ਜਿਹੜਾ ਰਾਤ ਦਾ ਸੁਪਨਾ ਹੈ ਉਹ ਤੂੰ ਅੱਖਾਂ ਮੀਚ ਕੇ ਦੇਖਦਾ ਹੈ ਤੇ ਜਦੋਂ ਅੱਖ ਖੁੱਲਦੀ ਹੈ ਉਹ ਤੇਰਾ ਰਾਤ ਦਾ ਸੁਪਨਾ ਟੁੱਟ ਜਾਣਾ। ਤੇ ਜਿਹੜਾ ਇਹ ਸੰਸਾਰ ਵਾਲਾ ਸੁਪਨਾ ਨਾ, ਇਹ ਤੂੰ ਅੱਖ ਖੋਲ ਕੇ ਦੇਖਦਾ ਹੈ। ਇਹ ਖੁੱਲੀ ਅੱਖ ਦੇ ਨਾਲ ਤੂੰ ਦੁਨੀਆ ਦੇ ਰੰਗਾਂ ਦੇ ਵਿੱਚ ਮਸਤ ਹੈ, ਦੁਨੀਆ ਦੇ ਰੰਗ ਤਮਾਸ਼ੇ ਦੇਖ ਰਿਹਾ ਹੈ, ਪਰ ਜਿਸ ਦਿਨ ਅੱਖ ਤੇਰੀ ਮਿਚ ਗਈ ਨਾ ਉਸ ਦਿਨ ਤੇਰਾ ਇਹ ਸੰਸਾਰ ਵਾਲਾ ਸੁਪਨਾ ਟੁੱਟ ਜਾਣਾ। ਉਸ ਦਿਨ ਸਭ ਕੁਝ ਹੀ ਇੱਥੇ ਰਹਿ ਜਾਣਾ। ਮਹਾਰਾਜ ਕਹਿੰਦੇ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਜਿਹਨੂੰ ਤ੍ਰੇਤੇ ਦੇ ਭਗਵਾਨ ਆਖਿਆ ਗਿਆ, ਭਗਵਾਨ ਰਾਮਚੰਦਰ ਜੀ, ਉਹਨਾਂ ਨੂੰ ਵੀ ਇਸ ਸੰਸਾਰ ਤੋਂ ਜਾਣਾ ਪੈ ਗਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਭਜਨ ਕਰ ਹੁੰਦਾ ਕਰ ਲੈ ਭਾਈ। ਕਿਸੇ ਗੱਲ ਦਾ, ਕਿਸੇ ਚੀਜ਼ ਦਾ ਹੰਕਾਰ ਨਾ ਕਰ, ਕਿਉਂਕਿ ਜੇ ਅਸੀਂ ਇੱਥੇ ਕੋਈ ਸੋਹਣਾ 4 ਇੱਟਾਂ ਲਾ ਕੇ ਘਰ ਬਣਾ ਲਈਏ ਨਾ, ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਕਿ ਆਓ ਅਸੀਂ ਮਹੂਰਤ ਰੱਖਿਆ ਤੇ ਸਾਡੇ ਘਰ ਨੂੰ ਦੇਖੋ। ਮਹਾਰਾਜ ਕਹਿੰਦੇ ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਹੁਣ ਜਿਹਦਾ ਸੋਨੇ ਦਾ ਘਰ ਹੋਊ ਫਿਰ ਉਹਨੂੰ ਕਿੰਨਾ ਚਾਹ ਹੋਊ। ਕਹਿੰਦੇ ਇੱਥੇ ਤਾਂ ਸੋਨੇ ਦੇ ਘਰਾਂ ਵਾਲੇ ਨਹੀਂ ਰਹੇ, ਤੂੰ ਆ 4 ਟੈਲਾਂ ਲਾ ਕੇ ਮਾਣ ਕਰੀ ਜਾਣਾ। ਫਿਰ ਜੇ 2 ਪੁੱਤ ਜਵਾਨ ਹੋ ਜਾਣ ਫੇਰ ਨਹੀਂ ਧਰਤੀ ਪੱਬ ਲੱਗਦਾ। ਮੇਰੇ ਤਾਂ 2 ਪੁੱਤਰ ਐ, ਵਧੀਆ ਨੌਕਰੀ ਤੇ ਵਧੀਆ ਕੰਮਕਾਰ ਕਿਰਤ ਕਰਦੇ ਨੇ, ਮੇਰੇ ਵਰਗਾ ਤਾਂ ਕੋਈ ਨਹੀਂ। ਮਹਾਰਾਜ ਕਹਿੰਦੇ ਮੂਰਖਾ, ਉਹ ਭੋਲਿਆ, 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਕਹਿੰਦੇ ਰਾਵਣ ਦਾ 1 ਲੱਖ ਤਾਂ ਪੁੱਤ ਸੀ ਤੇ 1.25 ਲੱਖ ਪੋਤਰਾ ਸੀ, ਤੇ ਅੱਜ ਕੀ ਹੋਇਆ? ਅੱਜ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਰਿਹਾ। ਅੱਜ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਹੀਂ ਰਿਹਾ। ਸਭ ਨੂੰ ਜਾਣਾ ਪੈ ਗਿਆ, ਉਹਨਾਂ ਨੂੰ ਵੀ ਇੱਥੋਂ ਜਾਣਾ ਪੈ ਗਿਆ। ਸੋ ਆਪਣੇ ਵਿੱਚੋਂ ਵੀ ਆਪਣੇ ਕਿੰਨੇ ਸਾਕ ਸੰਬੰਧੀ ਚਲੇ ਗਏ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸਿਓਂ ਲੱਗ ਗਏ, ਤੂੰ ਅਜੇ ਨਾ ਪਤੀਣਿਓ ਹੈ। ਕਹਿੰਦੇ ਤੇਰੇ ਮਾਤਾ ਪਿਤਾ ਕਿੱਧਰ ਚਲੇ ਗਏ? ਮਾਰ ਆਵਾਜ਼ਾਂ, ਮਾਰ ਹਾਕਾਂ ਆਉਂਦੇ ਨੇ, ਕਿਹੜੇ ਦੇਸ਼ ਵਿੱਚ ਚਲੇ ਗਏ? ਓਏ ਉਹ ਦੇਸ਼ 'ਚ ਚਲੇ ਗਏ ਜਿੱਥੇ ਜਾ ਕੇ ਬੰਦਾ ਕਦੇ ਨਹੀਂ ਮੁੜਦਾ, ਕਦੇ ਨਹੀਂ ਮੁੜਦਾ। ਉਸ ਦੇਸ਼ ਦੇ ਵਿੱਚ ਜਾ ਕੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਚਲਿਆ ਜਾਊ, ਮੁੜ ਆਊ, ਪਰ ਜਦੋਂ ਉਸ ਦੇਸ਼ ਦੇ ਵਿੱਚ ਚਲਿਆ ਗਿਆ ਨਾ ਫੇਰ ਨਹੀਂ ਮੁੜਦਾ। ਕਹਿੰਦੇ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਹੈ ਤੈ ਪਾਸਿਓ ਲੱਦ ਗਏ, ਤੂੰ ਅਜੇ ਨਾ ਪਤੀਣਿਓ ਹੈ। ਕਹਿੰਦੇ ਤੈਨੂੰ ਅਜੇ ਵੀ ਨਹੀਂ ਸਮਝ ਆ ਰਹੀ, ਤੂੰ ਅਜੇ ਵੀ ਨਹੀਂ ਜਾਗਦਾ, ਅਜੇ ਵੀ ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਹੰਕਾਰ ਦੇ ਵਿੱਚ ਹੀ ਤੁਰਿਆ ਫਿਰਦਾ। ਉਸ ਪ੍ਰਭੂ ਪਰਮੇਸ਼ਰ ਨੇ ਤੈਨੂੰ ਇਹ ਮਨੁੱਖਾ ਦੇਹੀ ਦਿੱਤੀ ਹੈ ਨਾਮ ਜਪਣ ਦੇ ਲਈ। ਕਿਉਂਕਿ ਇਹ ਦੁਨੀਆ ਨਾ ਜਿਹੜੀ, ਇਹ ਨਾਮੇ ਜਾਂ ਸਿਰਨਾਮੇ ਯਾਦ ਨਹੀਂ ਰੱਖਦੀ। ਇਹ ਦੁਨੀਆ ਬੰਦੇ ਦੇ ਕੀਤੇ ਹੋਏ ਕਾਰਨਾਮੇ ਯਾਦ ਰੱਖਦੀ ਹੈ, ਵੀ ਉਹਨੇ ਕੰਮ ਕਿਹੋ ਜਿਹੇ ਕੀਤੇ। ਜੇ ਤਾਂ ਚੰਗੇ ਕੰਮ ਕੀਤੇ ਹੋਣਗੇ ਫਿਰ ਤਾਂ ਸਾਰਿਆਂ ਨੂੰ ਯਾਦ ਰਹੇਗਾ, ਜੇ ਮੰਦੇ ਕੰਮ ਕੀਤੇ ਹੋਣਗੇ ਫਿਰ ਕਿਸੇ ਨੇ ਨਹੀਂ ਯਾਦ ਰੱਖਣਾ।
ਜਿਹੋ ਜਿਹਾ ਆਇਆ ਇਸ ਸੰਸਾਰ ਤੇ ਜਿਹੋ ਜਿਹਾ ਨਾ ਆਇਆ। ਹੁਣ ਅਸੀਂ ਆਪਣੇ ਮਨਾਂ ਦੇ ਵਿੱਚ ਝਾਤੀਆਂ ਮਾਰ ਕੇ ਦੇਖ ਲਈਏ, ਸਾਡੇ ਦਾਦੇ ਪੜਦਾਦੇ ਨੱਕੜ ਦਾਦਿਆਂ ਦਾ ਕਿੰਨਿਆਂ ਕੁ ਨੂੰ ਨਾਮ ਯਾਦ ਹੈ, ਪਰ 500 ਸਾਲ ਬੀਤਣ ਤੋਂ ਬਾਅਦ 600 ਸਾਲ ਬੀਤਣ ਤੋਂ ਬਾਅਦ ਅੱਜ ਅਸੀਂ ਆਪਣੇ ਸਤਿਕਾਰਯੋਗ ਗੁਰੂਆਂ ਨੂੰ, ਭਗਤਾਂ ਨੂੰ, ਭੱਟਾਂ ਨੂੰ ਯਾਦ ਕਰਦੇ ਹਾਂ। ਕਿਉਂ? ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਕਿਉਂ? ਕਿਉਂਕਿ ਉਹ ਸਾਡੇ ਤੋਂ ਆਪਣਾ ਆਪਾ ਕੁਰਬਾਨ ਕਰ ਗਏ। ਕਲਗੀਆਂ ਵਾਲੇ ਪਾਤਸ਼ਾਹ ਸਾਰਾ ਕੁਝ ਵਾਰ ਦਿੱਤਾ ਸਾਡੇ ਲਈ, ਸਾਰਾ ਕੁਝ, ਸਭ ਕੁਝ ਵਾਰ ਗਏ। ਕਿਉਂ? ਕਿਉਂਕਿ ਮਹਾਰਾਜ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰਾ। ਕਹਿੰਦੇ ਮਹਾਰਾਜ ਪਰਿਵਾਰ ਤਾਂ ਤੋਂ ਵੱਡਾ ਰਿਹਾ ਹੀ ਨਹੀਂ, ਤੁਸੀਂ ਕਿਹੜੇ ਪਰਿਵਾਰ ਦੀ ਗੱਲ ਕਰਦੇ ਹੋ? ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਹਿੰਦੇ ਮੈਨੂੰ ਦੁੱਖ ਨਹੀਂ, ਇਹੀ ਮੇਰਾ ਪਰਿਵਾਰ ਹੈ, ਇਹੀ ਮੇਰੇ ਪੁੱਤਰ ਨੇ। ਮੈਂ ਇਹਨਾਂ ਅੱਗੇ ਇਹਨਾਂ ਲਈ ਆਖਿਆ ਕਿ ਸੁਖੀ ਵਸੈ ਮੋਰੂ ਪਰਿਵਾਰਾ। ਕਹਿੰਦੇ ਅੱਜ ਤੇਰੇ ਮਾਪੇ ਤੈਨੂੰ ਛੱਡ ਕੇ ਚਲੇ ਗਏ ਤੇ ਤੈਨੂੰ ਪਤਾ ਨਹੀਂ ਲੱਗਦਾ ਵੀ ਇੱਕ ਦਿਨ ਮੈਂ ਵੀ ਚਲਾ ਜਾਣਾ। ਮੈਂ ਉਸ ਪ੍ਰਭੂ ਪਰਮੇਸ਼ਰ ਦੀ ਪ੍ਰਮਾਤਮਾ ਦੀ ਬੰਦਗੀ ਕਰਾਂ, ਬੇਸਹਾਰਿਆਂ ਦਾ ਸਹਾਰਾ ਬਣਾ, ਫੇਰ ਹੀ ਮੇਰੀ ਇਸ ਜੱਗ ਦੇ ਵਿੱਚ ਯਾਦ ਰਹੇਗੀ। ਪਰ ਇੱਕ ਯਾਦ, ਇੱਕ ਪਿੰਡ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਨੂੰ ਤਾਰਦੇ ਤਾਰਦੇ ਲੰਘੇ। ਇਸ ਪਿੰਡ ਦੇ ਵਿੱਚ ਜਦੋਂ ਲੰਘੇ ਮਹਾਰਾਜ ਕੀ ਦੇਖਦੇ ਨੇ? ਸਾਰਿਆਂ ਦੇ ਘਰਾਂ ਦੇ ਉੱਤੇ ਝੰਡੇ ਲੱਗੇ ਹੋਏ ਨੇ, ਕਿਸੇ ਦੇ ਇੱਕ ਝੰਡਾ, ਕਿਸੇ ਦੇ ਦੋ ਝੰਡੇ, ਕਿਸੇ ਦੇ ਤਿੰਨ, ਕਿਸੇ ਦੇ ਚਾਰ, ਐਦਾਂ ਹੀ ਲੰਘੀ ਜਾਂਦੇ ਨੇ। ਪਰ ਇੱਕੋ ਹੀ ਘਰ ਹੈ ਇਸ ਪਿੰਡ ਦੇ ਵਿੱਚ ਜਿਹਦੇ ਘਰ ਦੇ ਉੱਤੇ 7 ਝੰਡੇ ਝੂਲ ਰਹੇ ਨੇ। 7 ਝੰਡੇ ਜਦੋਂ ਝੂਲ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਇਹ ਝੰਡਿਆਂ ਦਾ ਕੀ ਇਤਿਹਾਸ ਹੈ, ਇਹ ਝੰਡੇ ਕਿਉਂ ਲਗਾਏ ਆ ਲੋਕਾਂ ਨੇ? ਦੱਸਣ ਵਾਲਿਆਂ ਨੇ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਹ ਝੰਡੇ ਤਾਂ ਲਗਾਏ ਨੇ, ਇਸ ਤੋਂ ਬੰਦੇ ਦੀ ਪ੍ਰਾਪਰਟੀ ਦਾ ਪਤਾ ਲੱਗਦਾ ਵੀ ਇਹ ਲੱਖਪਤੀ ਹੈ, ਇਹਦੇ ਕੋਲੇ ਕਿੰਨਾ ਪੈਸਾ। ਕਹਿੰਦੇ ਫਿਰ ਜਿਹਦੇ 7 ਝੰਡੇ ਲੱਗੇ ਨੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਾਰਿਆਂ ਤੋਂ ਵੱਧ ਅਮੀਰ ਹੈ, ਦੁਨੀ ਚੰਦ ਹੈ ਨਾਂ ਉਹਦਾ, ਦੁਨੀ ਚੰਦ ਨਾਮ ਹੈ, ਸਾਰੇ ਪਿੰਡ ਤੋਂ ਅਮੀਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਛਾ ਭਾਈ। ਹੁਣ ਇੱਕ ਦਿਨ ਅਜਿਹਾ ਆ ਗਿਆ, ਮਹਾਰਾਜ ਸੱਚੇ ਪਾਤਸ਼ਾਹ ਉਸ ਨਗਰ ਦੇ ਵਿੱਚ ਹੀ ਰਹਿੰਦੇ ਨੇ। ਇਹ ਦੁਨੀ ਚੰਦ ਨੇ ਸੁਨੇਹਾ ਭੇਜਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀਓ ਮੇਰੇ ਘਰ ਦੇ ਵਿੱਚ ਤੁਸੀਂ ਆਉਣਾ, ਮੈਂ ਆਪਣੇ ਪਿਤਾ ਦਾ ਸ਼ਰਾਧਤ ਕਰਨਾ, ਮੈਂ ਆਪਣੇ ਪਿਤਾ ਦੀ ਬਰਸੀ ਮਨਾਉਣੀ ਹੈ। ਬੜਾ ਇਹਨੇ ਆਲੇ ਦੁਆਲੇ ਢੰਡੋਰਾ ਪਟਾਇਆ, ਸਾਰਿਆਂ ਨੂੰ ਸੁਨੇਹੇ ਭੇਜੇ, ਸਾਰੇ ਇਲਾਕੇ ਦੇ ਲੋਕ ਉੱਥੇ ਕਹਿੰਦੇ ਪਹੁੰਚਦੇ ਆ ਹਰ ਸਾਲ, ਤੇ ਇਹਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਸੁਨੇਹਾ ਭੇਜ ਦਿੱਤਾ। ਮਹਾਰਾਜ ਕਹਿੰਦੇ ਕੋਈ ਨਾ ਭਾਈ ਜ਼ਰੂਰ ਚੱਲਾਂਗੇ। ਹੁਣ ਉਹ ਦਿਨ ਆ ਗਿਆ ਜਿਹੜੇ ਦਿਨ ਇਸ ਦੇ ਪਿਤਾ ਦਾ ਸ਼ਰਾਧ ਸੀ। ਉਸ ਦਿਨ ਬੜਾ ਇਕੱਠ ਹੈ, ਬੜੇ ਪੰਡਤ ਲੋਕ, ਪਖੰਡੀ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਵਗ, ਉਹ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਇਹੋ ਜਿਹੇ ਬੜੇ ਪਹੁੰਚੇ ਹੋਏ ਨੇ। ਤੇਰੇ ਪਿਤਾ ਨੂੰ ਤਾਂ ਭੋਜਨ ਪਹੁੰਚ ਰਿਹਾ, ਵਸਤਰ ਪਹੁੰਚ ਰਹੇ ਨੇ, ਲੀੜਾ ਕੱਪੜਾ ਪਹੁੰਚ ਰਿਹਾ, ਪਰ ਸੱਚੀ ਗੱਲ ਦੱਸਣ ਵਾਲਾ ਕੋਈ ਵੀ ਨਹੀਂ ਕਿ ਤੇਰਾ ਪਿਓ ਮਰਿਆ ਕਿਵੇਂ ਆ, ਉਹਦੀ ਸੁਰਤੀ ਕਿੱਥੇ ਸੀ ਜਦੋਂ ਉਹਦਾ ਅੰਤ ਸਮਾਂ ਆਇਆ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਆਏ, ਕੀ ਦੇਖਦਾ? ਤੇ ਇਹ ਜਦੋਂ ਦੇਖਦਾ ਗੁਰੂ ਨਾਨਕ ਪਾਤਸ਼ਾਹ ਨੂੰ, ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਹੋ ਕੇ ਬਹਿ ਜਾਂਦੇ ਨੇ, ਆਸਣ ਲਾ ਕੇ ਪਾਸੇ ਹੋ ਕੇ ਬੈਠ ਜਾਂਦੇ ਨੇ ਕਿ ਮਹਾਰਾਜ ਦੇਖ ਰਹੇ ਨੇ ਦੁਨੀ ਚੰਦ ਬੜੀ ਈਗੋ ਦੇ ਵਿੱਚ, ਬੜੇ ਹੰਕਾਰ ਦੇ ਵਿੱਚ ਫਿਰ ਰਿਹਾ ਹੈ ਬਈ ਮੇਰੇ ਵਰਗਾ ਤਾਂ ਕੋਈ ਵੀ ਨਹੀਂ, ਮੇਰੇ ਪਿਤਾ ਦੀ ਬਰਸੀ ਇੰਨੀ ਵਧੀਆ ਮਨਾਉਣ ਵਾਲਾ, ਯਾਦ ਮਨਾਉਣ ਵਾਲਾ ਕੋਈ ਵੀ ਨਹੀਂ, ਬੜੇ ਦਾਨ ਪੁੰਨ ਕਰ ਰਿਹਾ, ਗਰੀਬਾਂ ਦੇ ਉੱਤੇ ਰੋਹ ਮਾਰ ਮਾਰ ਕੇ ਕੰਮ ਕਰਾ ਰਿਹਾ, ਇਹ ਏਦਾਂ ਨਾ ਕਰਨਾ, ਇੱਧਰ ਕਰੋ, ਆਹ ਕਰੋ, ਉਹ ਕਰੋ, ਬੜੀ ਚੌਧਰ ਕਰ ਰਿਹਾ। ਤੇ ਮਹਾਰਾਜ ਸੱਚੇ ਪਾਤਸ਼ਾਹ ਅੰਦਰੋਂ ਅੰਦਰੀ ਹੱਸ ਰਹੇ ਨੇ। ਜਦੋਂ ਹੱਸ ਰਹੇ ਨੇ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਇਹ ਦੁਨੀ ਚੰਦ ਆਇਆ। ਇਹ ਮਹਾਰਾਜ ਸੱਚੇ ਪਾਤਸ਼ਾਹ ਲਈ ਆਪ ਭੋਜਨ ਲੈ ਕੇ ਆਇਆ।
36 प्रकार का भोजन बनाया होया। महाराज कहते नहीं भाई असी सादा प्रसादा पानी छकांगे। एक थाली दे विच सादा भोजन लिआंदा ते महाराज सच्चे पातशाह दे मूहरे रख दिता। हंकार है मन दे विच, हंकार बड़ा है। अज भी असीं जदों महाराज सच्चे पातशाह दे दर दे उत्ते नक मस्तक होण लई जाइए ना, फिर महाराज सच्चे पातशाह ये नहीं देखदा किन्ना लिआया ते कित्थों लिआया। महाराज सच्चे पातशाह जदों देखदे ने ये लैके किवें आया, ये चीज़ देखदे ने। ये नहीं देखते भी किन्ना लैके आया। इत्थे सोनिया वालियां दा सोना प्रवान नहीं हुंदा, पर जिहड़े गरीबू वर्गे शरधा दे नाल घर दे विचों कौडी लभ के लै आउंदे आ ना, फिर महाराज सच्चे पातशाह आसन तो उठ के उन्हां दे अगे झोली अड्ड दिंदे ने कि लै भाई गरीबू, जिहड़ी तू भेटा शरधा दे नाल लैके आया ना, साडी झोली दे विच पा दे। महाराज सच्चे पातशाह इत्थे शरधा देखते ने भी बंदा लैके किवें आया मेरे कोले, ये नहीं देखते किन्ना लैके आया। जदों अपने घर दे विचों कोई भी भेटा महाराज सच्चे पातशाह नूं भेट करन लई तुरो। अज भी जे तुसीं सच्चे मन दे नाल तुरोगे ते गुरु घर आके जिथे जोड़ा खोलदे हो, अपनियां कोठियां कारां हवेलियां जायदाद प्रॉपर्टी सारा कुछ आपदा हंकार जे उस जोड़े दे विच रख के महाराज सच्चे पातशाह दे अगे जाओगे, अज भी तुहानूं वो मिलेगा जिहड़ा तुसीं महाराज सच्चे पातशाह तो मंगोगे। अज भी तुहाडीआं मुरादां पूरीआं होणगीआं, क्योंकि बुल्ले साहब महाराज सच्चे पातशाह दी बाणी महाराज सच्चे पातशाह दे लई लिखदे ने। भाई गुरदास जी वो कहते तारे गिने जात है तारे ना गणात है। भाई गुरदास जी लिखते ने वो कहते अंबरां दे तारे तां गिने जा सकते ने, पर जेड़े गुरु नानक दे दर तो तर गए जां तर रहे ने जां तरनगे, उन्हां दी गिणती नहीं कीती जा सकती। पर अज ये दुनी चंद हंकार दे विच खड़ा है। महाराज सच्चे पातशाह दे अगे थाली लई महाराज सच्चे पातशाह दी दे अगे रखी कि महाराज सच्चे पातशाह जी छकना करो। महाराज सच्चे पातशाह ने अगे प्रसादा रखिया ते उस प्रभु परमेश्वर दे नाल सुरती जोड़ के महाराज सच्चे पातशाह ने अखां मीचियां ते हुण देख लिया भी जिहदी याद दे विच इन्ना कुछ कर रहा है, वो मर के गया कित्थे है। महाराज सच्चे पातशाह ने जदों देखिया अखां खोलियां, अखां खोल के मुस्कुराए, कहंदे महाराज की होया? कहंदे दुनी चंद तू शराध कर रहे हैं, तू 36 प्रकार दे भोजन बना रहे हैं, तू कपड़ा लीड़ा दे रहे हैं, पर तेरे पिता तक कुछ नहीं पहुंचया। वो अज भी भुखा बैठा, कई दिनां दा भुखा बैठा। कहंदा अच्छा महाराज कित्थे बैठा भुखा? कहंदे नाल ही जंगल है, जंगल दे विच एक बघियाड़ दी एक शेर दी जूनी दे विच पिया भुखा बैठा, कई दिनां तो कुछ खाण नूं नहीं मिलिया। कहंदा महाराज सच्चे पातशाह ये किस तरह हो सकदा, ये किवें हो सकदा? कहंदे दुनी चंद जदों तेरे पिता दा अंतिम समा आया ना, तेरे गवांढ दे विच किसे दे घर मास रिझ रिहा सी, जदों अंत समा आया ते तेरे पिता दी जिहड़ी सुरती है उस मास दे विच चली गई कि जे किते भोरा मिल जावे। इधरों अंत समा आ गया ते हुण अज तेरे पिता नूं मास भी नसीब नहीं हो रहा। वो जंगल दे विच सिर सुट्टी बैठा है, जाके आ जिहड़ा प्रसाद है ना ओनू छका दे। हुण कोई पूरबला कर्म जागिया जिहड़ा गुरु नानक पातशाह दे हत्थां दा प्रसाद मिल रहा है, मुक्ति होनी है। महाराज सच्चे पातशाह जां तां उत्थे गए ने जिथे महाराज सच्चे पातशाह नूं किसी सिख ने सच्चे दिलों याद किया, फिर महाराज सच्चे पातशाह उत्थे गए ने जिथे कोई बड़ा बड़ा पापी आया होवे, बड़ा राक्षस होवे, सज्जण वर्गा ठग होवे, उन्हां नूं सुधारन दे लई फिर महाराज सच्चे पातशाह उत्थे गए ने। पर अज इहदी मुक्ति करन लई महाराज सच्चे पातशाह ने अपने हत्थां दा प्रसाद इस दुनी चंद नूं फड़ाया ते जाके अपने पिता नूं छका दे। जदों गया ये जंगल दे विच गया
ਹੁਣ ਮਨ ਦੇ ਵਿੱਚ ਡਰ ਵੀ ਹੈ ਵੀ ਪਤਾ ਨਹੀਂ ਸਾਧੂ ਝੂਠ ਬੋਲਦੇ ਆ ਜਾਂ ਸੱਚ, ਪਰ ਸ਼ੇਰ ਦੀ ਜੁੰਨੀ ਦੇ ਵਿੱਚ ਕਿਵੇਂ। ਫਿਰ ਮਹਾਰਾਜ ਜੀ ਦਾ ਬਚਨ ਯਾਦ ਆ ਗਿਆ, ਕਹਿੰਦੇ ਸਾਈਡ ਤੇ ਖੜ ਕੇ ਬਾਪੂ ਕਹਿ ਕੇ ਆਵਾਜ਼ ਮਾਰ ਲਈ। ਹੁਣ ਇਹਨੇ ਇਸ ਤਰ੍ਹਾਂ ਹੀ ਕੀਤਾ, ਜਦੋਂ ਦੇਖਿਆ ਇੱਕ ਬਘਿਆੜ ਪਿਆ ਏ, ਕੰਨ ਸੁੱਟੀ ਸਿਰ ਸੁੱਟੀ ਬੈਠਾ। ਇਹਨੂੰ ਦੇਖ ਕੇ ਹੀ ਲੱਗਦਾ ਵੀ ਇਹਨੂੰ ਕੁਝ ਖਾਣ ਨੂੰ ਨਹੀਂ ਮਿਲਿਆ ਕਾਫੀ ਲੰਮੇ ਸਮੇਂ ਤੋਂ। ਜਦੋਂ ਇਹਨੇ ਦੇਖਿਆ ਬਾਪੂ ਕਹਿ ਕੇ ਆਵਾਜ਼ ਮਾਰੀ ਤੇ ਥਾਲੀ ਰੱਖ ਕੇ ਪਰੇ ਹੋ ਗਿਆ। ਜਦੋਂ ਪਰੇ ਹੋਇਆ ਇਹ ਬਘਿਆੜ ਇਸ ਥਾਲੀ ਕੋਲ ਆਇਆ ਤੇ ਥਾਲੀ ਕੋਲੇ ਆ ਕੇ ਇਹਨੇ ਉਸ ਭੋਜਨ ਨੂੰ ਛਕਣਾ ਸ਼ੁਰੂ ਕਰ ਦਿੱਤਾ। ਹੁਣ ਭੋਜਨ ਨੂੰ ਛਕ ਰਿਹਾ, ਛਕ ਕੇ ਨਾ ਜਦੋਂ ਭੋਜਨ ਸਾਰਾ ਛਕ ਲਿਆ, ਥਾਲੀ ਵਿਹਲੀ ਕਰਤੀ, ਉਸ ਤੋਂ ਬਾਅਦ 'ਚ ਇਹ ਧਰਤੀ ਤੇ ਲੇਟ ਗਿਆ ਤੇ ਇਹਦੀ ਮੁਕਤੀ ਹੋ ਗਈ। ਇਹ ਦੁਨੀ ਚੰਦ ਦੇਖ ਰਿਹਾ ਵੀ ਇਸ ਬਘਿਆੜ ਨੂੰ ਸਾਹ ਨਹੀਂ ਆ ਰਿਹਾ, ਇਹਦੀ ਤਾਂ ਮੁਕਤੀ ਹੋ ਗਈ। ਜਦੋਂ ਮੁਕਤੀ ਹੋ ਗਈ ਫਿਰ ਭੱਜ ਲਿਆ, ਘਰ ਵੱਲੀ ਨੂੰ ਭੱਜਿਆ। ਜਦੋਂ ਭੱਜਿਆ ਨਾ, ਤੁਰਿਆ ਘਰ ਵੱਲੀ ਨੂੰ, ਫਿਰ ਇਹਦੇ ਕੰਨਾਂ ਦੇ ਵਿੱਚ ਆਵਾਜ਼ ਆ ਰਹੀ ਹੈ ਇਹਦੇ ਪਿਤਾ ਦੀ। ਦੁਨੀ ਚੰਦ ਦੇ ਕੰਨਾਂ 'ਚ ਆਵਾਜ਼ ਆ ਰਹੀ ਹੈ। ਕੀ ਆਵਾਜ਼ ਆ ਰਹੀ ਹੈ? ਤੇਰੇ ਘਰ ਗੁਰੂ ਨਾਨਕ ਆਏ ਨੇ, ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਗੁਰੂ ਨਾਨਕ ਆਏ ਨੇ, ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਸੇਵਾ ਕਰ ਲੈ ਤੂੰ ਸੇਵਕ ਬਣ ਕੇ, ਸੇਵਾ ਕਰ ਲੈ ਓ ਸੇਵਕ ਬਣ ਕੇ। ਸੇਵਕ ਬਣ ਕੇ, ਆ ਸੇਵਾ ਕਰ ਲੈ ਤੂੰ ਜੀ, ਸੇਵਾ ਕਰ ਲੈ ਤੂੰ ਸੇਵਕ ਬਣ ਕੇ। ਸੇਵਾ ਕਰ ਲੈ ਤੂੰ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਗੁਰੂ ਨਾਨਕ ਆਏ ਨੇ, ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ। ਤੇਰੇ ਘਰ ਗੁਰੂ ਨਾਨਕ ਆਏ ਨੇ, ਸੇਵਾ ਕਰ ਲੈ ਸੇਵਕ ਬਣ ਕੇ।
ਇਹਦੇ ਅੰਦਰ ਇਹੋ ਜਿਹੀਆਂ ਆਵਾਜ਼ਾਂ ਚੱਲ ਰਹੀਆਂ ਨੇ, ਮਨ ਦੇ ਵਿੱਚੋਂ ਹੀ ਇਹੋ ਜਿਹੀਆਂ ਆਵਾਜ਼ਾਂ ਆ ਰਹੀਆਂ ਨੇ। ਇਹਨੂੰ ਇਦਾਂ ਲੱਗ ਰਿਹਾ ਜਿਵੇਂ ਇਹਦਾ ਪਿਤਾ ਇਹਨੂੰ ਆਖ ਰਿਹਾ ਹੋਵੇ। ਇਹ ਆਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਆ ਕੇ ਚਰਨੀ ਡਿੱਗ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਵੀ ਆਪਣੇ ਚਰਨੀ ਲਾ ਲਓ। ਮਹਾਰਾਜ ਸੱਚੇ ਪਾਤਸ਼ਾਹ ਜੀਓ ਮੈਥੋਂ ਬੜੀ ਵੱਡੀ ਭੁੱਲ ਹੋ ਗਈ। ਅੱਜ ਮੇਰਾ ਪਿਤਾ ਇੱਕ ਬਘਿਆੜ ਦੀ ਜੂਨੀ ਦੇ ਵਿੱਚੋਂ ਤੁਸੀਂ ਮੁਕਤ ਕਰਾਇਆ, ਕਿਰਪਾ ਕਰਿਓ ਮੈਨੂੰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਨਾ ਪੈਣ ਦਿਓ। ਮੈਂ ਬੜਿਆਂ ਗਰੀਬਾਂ ਦਾ ਖੂਨ ਚੂਸਿਆ, ਬੜਿਆਂ ਗਰੀਬਾਂ ਨੂੰ ਤੰਗ ਕੀਤਾ, ਬੜਿਆਂ ਦੀ ਜ਼ਮੀਨ ਜਾਇਦਾਦ ਦੱਬੀ, ਪਰ ਮੈਨੂੰ ਪਤਾ ਜਿਹੜੇ 7 ਝੰਡੇ ਝੂਲਦੇ ਨੇ ਇਸ ਮਾਇਆ ਨੇ ਫਿਰ ਕੰਮ ਨਹੀਂ ਆਉਣਾ। ਇਸ ਮਾਇਆ ਨੇ ਸਾਡੇ ਕਿਸੇ ਕੰਮ ਨਹੀਂ ਆਉਣਾ। ਇਹ ਮਾਇਆ ਵੀ ਮੇਰੇ ਪਿਤਾ ਨੂੰ ਇਹੋ ਜੀ ਭੈੜੀ ਜੂਨ ਦੇ ਵਿੱਚੋਂ ਪੈਣ ਤੋਂ ਬਚਾ ਨਾ ਸਕੀ। ਕਿਰਪਾ ਕਰੋ, ਰਹਿਮਤ ਕਰੋ, ਮਿਹਰਾਂ ਕਰੋ, ਬਖਸ਼ਿਸ਼ਾਂ ਕਰੋ, ਮੈਨੂੰ ਜਨਮ ਮਰਨ ਦੇ ਚੱਕਰਾਂ ਦੇ ਵਿੱਚੋਂ ਬਚਾ ਲਿਓ। ਅੱਜ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦਾ ਉਧਾਰ ਕੀਤਾ। ਤੇ ਸਾਡੇ ਘਰਾਂ ਦੇ ਵਿੱਚ ਵੀ ਅਸੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੈ ਕੇ ਜਾਂਦੇ ਹਾਂ। ਅਸੀਂ ਵੀ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਆਪਣੇ ਘਰ ਵਿੱਚ ਕਰਾਉਣੇ ਆ। ਇਹ 10 ਗੁਰਾਂ ਦਾ ਰੂਪ ਹੀ ਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਫਿਰ ਅਸੀਂ ਕਿੰਨਾ ਕੁ ਮਹਾਰਾਜ ਦੀ ਬਾਣੀ ਤੋਂ ਸੇਧ ਲਈ ਹੈ। ਅੱਜ ਸਾਡੇ ਘਰੇ ਜਦੋਂ ਰੱਬ ਚੱਲ ਕੇ ਆਉਂਦਾ ਅਸੀਂ ਕਿੰਨਾ ਕੁ ਸਤਿਕਾਰ ਕਰਦੇ ਹਾਂ। ਸੋ ਵੱਧ ਤੋਂ ਵੱਧ ਗੁਰੂ ਨਾਨਕ ਜੀ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬਾਣੀ ਦਾ ਸਤਿਕਾਰ ਕਰੀਏ, ਗੁਰੂ ਕੀ ਬਾਣੀ ਦਾ ਸਤਿਕਾਰ ਕਰੀਏ, ਬਾਣੀ ਪੜ੍ਹੀਏ, ਬਾਣੀ ਸੁਣੀਏ। ਕਿਉਂਕਿ ਜੇ ਸਾਡੇ ਨਾਲ ਕੋਈ ਚੀਜ਼ ਜਾਣੀ ਹੈ ਉਹ ਜਪਿਆ ਹੋਇਆ ਨਾਮ ਤੇ ਕੀਤੇ ਹੋਏ ਚੰਗੇ ਕਰਮ ਹੀ ਜਾਣੇ ਆ, ਬਾਕੀ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੰਗ ਮਾਲ ਲੈ ਪਿਆਰਿਆ ਇਹ ਜੋਬਨ ਨਾ ਹੁੱਲਾ। ਇਹ ਹੁਲਾਰਾ ਥੋੜੇ ਚਿਰ ਦਾ ਹੀ ਹੈ ਜੋਬਨ ਦਾ, ਸਦਾ ਲਈ ਰੰਗ ਮਾਣ ਲੈ, ਜਿੰਨਾ ਭਜਨ ਕੀਤਾ ਜਾਂਦਾ ਕਰ ਲੈ, ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ। ਸਰੀਰ ਰੂਪੀ ਜਿਹੜਾ ਚੋਲਾ ਪੁਰਾਣਾ ਹੋ ਰਿਹਾ, ਪੁਰਾਣਾ ਹੋ ਚੱਲਿਆ, ਸਰੀਰ ਜਰਜਰਾ ਹੋ ਰਿਹਾ, ਜਰ ਆਈ ਜੋਬਨ ਹਾਰਿਆ। ਮਹਾਰਾਜ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ, ਜਿਨ੍ਹਾਂ ਦੇ ਚੋਲੇ ਨਾਮ ਰੰਗ ਦੇ ਨਾਲ ਰੱਤੇ ਹੋਏ ਨੇ, ਕੰਤ ਤਿਨਾ ਕੈ ਪਾਸ, ਉਹਨਾਂ ਕੋਲ ਕੰਤ ਹੈ, ਮਾਲਕ ਹੈ, ਧੂੜ ਤਿਨਾ ਕੀ ਜੀ ਮਿਲੈ, ਜੀ ਕਹੋ ਨਾਨਕ ਕੀ ਅਰਦਾਸ। ਮਾਲਕ ਰੰਗ ਚਾੜ ਦੇਵੇ, ਕਿਰਪਾ ਹੋ ਜਾਵੇ, ਇਹ ਮਨੁੱਖਾ ਜਨਮ ਮਿਲਿਆ ਨਾਮ ਜਪਣ ਦੇ ਲਈ। ਕਿਉਂਕਿ ਇਥੋਂ ਬਹੁਤ ਵੱਡੇ ਵੱਡੇ ਰਾਜੇ ਮਹਾਰਾਜੇ, ਪੀਰ ਫਕੀਰ, ਔਲੀਏ, ਹਰਨਾਕਸ਼ ਵਰਗੇ ਜਿਨ੍ਹਾਂ ਨੇ ਵਰ ਪ੍ਰਾਪਤ ਕੀਤੇ ਹੋਏ ਸੀ ਕਿ ਨਾ ਮੈਂ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਮੈਂ ਹਥਿਆਰ ਨਾਲ ਮਰਾਂ, ਨਾ ਮੈਂ ਬਿਮਾਰੀ ਨਾਲ ਮਰਾਂ। ਉਹਨੇ ਸਾਰੇ ਵਰ ਪ੍ਰਾਪਤ ਕੀਤੇ ਹੋਏ ਸੀ ਕਿ ਮੈਂ ਕਿਸੇ ਵੀ ਤਰ੍ਹਾਂ ਮੇਰੀ ਮੌਤ ਨਾ ਆਵੇ। ਉਹਨੂੰ ਵਰ ਮਿਲਿਆਂ ਤੋਂ ਹੋਇਆਂ ਤੋਂ ਵਰ ਵੀ ਮਿਲੇ ਹੋਏ ਸੀ, ਫਿਰ ਵੀ ਇੱਕ ਥਮਲੇ ਦੇ ਵਿੱਚੋਂ ਨਰ ਸਿੰਘ ਜੀ, ਨਾ ਤਾਂ ਉਹ ਸਰੀਰ ਹੈ ਜਿਹੜਾ ਨਰ ਸਿੰਘ ਦਾ ਉਹ ਆਦਮੀ ਦਾ ਤੇ ਨਾ ਹੀ ਜਾਨਵਰ ਦਾ, ਨਾ ਹੀ ਜਾਨਵਰ ਹੈ ਨਾ ਆਦਮੀ ਹੈ, ਅੱਧਾ ਸਰੀਰ ਜਾਨਵਰ ਦਾ ਅੱਧਾ ਆਦਮੀ ਦਾ। ਇਹੋ ਜਿਹੇ ਨਰ ਸਿੰਘ ਨੇ ਫਿਰ ਆਪਣਾ ਰੂਪ ਧਾਰਿਆ ਤੇ ਉਸ ਹਰਨਾਕਸ਼ ਨੂੰ ਉਹਦੇ ਸਾਰੇ ਵਰ ਯਾਦ ਕਰਾ ਕੇ, ਬਈ ਤੂੰ ਇਹ ਨਾ ਸੋਚੇ ਵੀ ਮੈਨੂੰ ਤਾਂ ਵਰ ਇਹ ਮਿਲੇ ਹੋਏ ਸੀ, ਸਾਰੇ ਵਰ ਯਾਦ ਕਰਾ ਕੇ ਫੇਰ ਵੀ ਉਹਨੂੰ ਇਸ ਦੁਨੀਆ ਤੋਂ ਜਾਣਾ ਪੈ ਗਿਆ। ਰਾਵਣ ਜੀ ਨੇ ਕਾਲ ਨੂੰ ਕਹਿੰਦੇ ਮੰਜੇ ਦੇ ਪਾਵੇ ਨਾਲ ਬੰਨਿਆ ਹੋਇਆ ਸੀ, ਉਹਨੂੰ ਵੀ ਇਸ ਦੁਨੀਆ ਨੂੰ ਛੱਡ ਕੇ ਜਾਣਾ ਪੈ ਗਿਆ। ਸਿਕੰਦਰ ਵਰਗੇ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸਿਪਦਾ ਸੀ, ਹੁਣ ਇਹ ਨਹੀਂ ਵੀ ਉਹਨਾਂ ਦੇ ਰਾਜ 'ਚ ਕਿਤੇ ਦਿਨ ਰਾਤ ਨਹੀਂ ਸੀ, ਨਹੀਂ, ਉਹਨਾਂ ਦਾ ਰਾਜ ਇੰਨੀ ਦੂਰ ਤੱਕ ਸੀ ਕਿ ਇੱਕ ਪਾਸੇ ਤਾਂ ਹਨੇਰਾ ਹੋ ਜਾਂਦਾ ਸੀ, ਦੂਜੇ ਪਾਸੇ ਦਿਨ ਹੁੰਦਾ ਸੀ, ਏਡੀ ਦੂਰ ਤੱਕ ਉਹਨਾਂ ਦਾ ਰਾਜ ਸੀ। ਪਰ ਜਦੋਂ ਗਿਆ ਸਿਕੰਦਰ ਕਹਿੰਦਾ ਮੇਰੇ ਹੱਥ ਹੈ ਨਾ ਜਿਹੜੇ, ਜਦੋਂ ਮੇਰਾ ਜਨਾਜ਼ਾ ਲੈ ਕੇ ਜਾਓਗੇ, ਅਰਥੀ ਤੇ ਮੈਨੂੰ ਲੈ ਕੇ ਜਾਓਗੇ, ਮੇਰੇ ਹੱਥਾਂ ਨੂੰ ਬਾਹਰ ਰੱਖਿਓ, ਲੋਕਾਂ ਨੂੰ ਪਤਾ ਲੱਗ ਜਾਵੇ ਅੱਜ ਖਾਲੀ ਹੱਥ ਜਾਣਾ ਪੈ ਗਿਆ ਇਹਨੂੰ।
ਇਹਨੂੰ ਵੀ ਖਾਲੀ ਹੱਥ ਜਾਣਾ ਪੈ ਗਿਆ। ਆਓ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਐ ਜੀਵ ਇਹ ਮਨੁੱਖਾ ਦੇਹੀ ਮਿਲੀ ਹੈ ਗੋਬਿੰਦ ਨੂੰ ਮਿਲਣ ਲਈ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਇਸ ਤਰ੍ਹਾਂ ਸਾਧ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਕਰ, ਉਸ ਪ੍ਰਭੂ ਪਰਮੇਸ਼ਰ ਦਾ ਆਰਾਧਨ ਕਰ, ਉਸ ਪ੍ਰਭੂ ਪਰਮੇਸ਼ਰ ਦਾ ਚਿੰਤਨ ਕਰ, ਫਿਰ ਉਹ ਪਰਮਾਤਮਾ ਤੇਰੀ ਚਿੰਤਾ ਕਰੂਗਾ। ਪਰ ਅੱਜ ਅਸੀਂ ਉਸ ਪ੍ਰਭੂ ਪਰਮੇਸ਼ਰ ਦਾ ਚਿੰਤਨ ਘੱਟ ਕਰਦੇ ਹਾਂ ਤੇ ਚਿੰਤਾ ਜ਼ਿਆਦਾ ਕਰਦੇ ਹਾਂ। ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਕਹਿੰਦੇ ਤੂੰ ਚਿੰਤਾ ਤਾਂ ਉਹਦੀ ਕਰ ਜਿਹੜੀ ਚੀਜ਼ ਸੰਸਾਰ ਦੇ ਵਿੱਚ ਹੋ ਹੀ ਨਹੀਂ ਰਹੀ, ਪਰ ਜਿਹੜਾ ਕੁਝ ਸੰਸਾਰ ਦੇ ਵਿੱਚ ਵਰਤ ਰਿਹਾ ਏ ਉਹਦੀ ਤੈਨੂੰ ਕਾਹਦੀ ਚਿੰਤਾ ਬਈ। ਉਹ ਤਾਂ ਵਿਧੀ ਦਾ ਵਿਧਾਨ ਹੈ, ਉਹ ਉਸੇ ਤਰ੍ਹਾਂ ਹੀ ਚੱਲਣਾ। ਸੋ ਇਸ ਕਰਕੇ ਅਸੀਂ ਵੀ ਮਹਾਰਾਜ ਸੱਚੇ ਪਾਤਸ਼ਾਹ ਦਾ ਵੱਧ ਤੋਂ ਵੱਧ ਸਿਮਰਨ ਚਿੰਤਨ ਕਰੀਏ, ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਰਹਿਮਤ ਕਰਨਗੇ। ਸਾਡਾ ਇਹ ਜਿਹੜਾ ਜੀਵਨ ਹੈ ਇੱਥੇ ਆਇਆਂ ਦਾ ਸਫਲ ਹੋਊਗਾ। ਸੋ ਇਸੇ ਕਰਕੇ ਵੱਧ ਤੋਂ ਵੱਧ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪੀਏ। ਇਹ ਨਾ ਹੋਵੇ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਹੀਰੇ ਜੈਸਾ ਜਨਮ ਮਿਲਿਆ, ਇਹਨੂੰ ਐਵੇਂ ਹਾਰ ਕੇ ਨਾ ਗਵਾ ਕੇ ਨਾ ਤੁਰ ਜੀ। ਲੱਖ 84 ਭ੍ਰਮ ਤੇ ਦੁਰਲਭ ਜਨਮ ਅਬ ਪਾਇਓ, ਰੇ ਮੂੜੇ ਤੂੰ ਹੋਛੇ ਰਸ ਲਿਪਟਾਇਓ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ। ਆ ਹੀਰੇ ਜੈਸਾ ਜਿਹੜਾ ਜਨਮ ਹੈ, ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਕੌਡੀਆਂ ਦੇ ਜੀ ਭਾਰ ਰੋਲਤਾ, ਉਹ ਕੌਡੀਆਂ ਦੇ ਤੂੰ ਭਾਰ ਰੋਲਤਾ। ਕੌਡੀਆਂ ਦੇ ਜੀ ਭਾਰ ਰੋਲਤਾ, ਕੌਡੀਆਂ ਦੇ ਜੀ ਭਾਰ ਰੋਲਤਾ। ਜੀ ਭਾਰ ਰੋਲਤਾ, ਕੌਡੀਆਂ ਦੇ ਜੀ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਹੀਰਾ ਬੇਕਦਰਿਆਂ ਦੇ ਹੱਥ ਆ ਗਿਆ, ਕੌਡੀਆਂ ਦੇ ਭਾਰ ਰੋਲਤਾ। ਕਬੀਰ ਇੱਕ ਚੰਬੋ ਦੇਖਿਓ, ਹੀਰਾ ਆਖ ਬਤਾਏ, ਵਣਗਣ ਹਾਰੇ ਬਾਹਰਾ ਕੌਡੀ ਬਦਲੇ ਜਾਏ।
ਸੋ ਮਨੁੱਖਾ ਦੇ ਹੀ ਇਹ ਹੀਰੇ ਜੈਸਾ ਜਨਮ ਮਿਲਿਆ ਤੈਨੂੰ ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਕਰਨ ਦਾ। ਸੋ ਐਵੇਂ ਨਾ ਇਹਨੂੰ ਅਜਾਈਂ ਗਵਾਈਏ, ਉਸ ਪ੍ਰਭੂ ਪਰਮੇਸ਼ਰ ਦੀ ਭਗਤੀ ਆਰਾਧਨਾ ਕਰੀਏ, ਫੇਰ ਹੀ ਸਾਡਾ ਇਸ ਦੁਨੀਆ ਤੇ ਆਉਣਾ ਸਫਲ ਹੋਊਗਾ। ਜਿਹਨੂੰ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਉਸ ਅੰਮ੍ਰਿਤ ਦੀ ਪੋਹਲ ਲੈ ਕੇ ਗੁਰੂ ਕੇ ਸਿੰਘ ਸਜੀਏ। ਸੋ ਆਈਆਂ ਸੰਗਤਾਂ ਦਾ ਧੰਨਵਾਦ ਹੈ ਜੋ ਕਿ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਬੜੇ ਹੀ ਮਿੱਠ ਬੋਲੜੇ, ਬੜੇ ਹੀ ਨਿੱਘੇ ਸੁਭਾਅ ਦੇ ਮਾਲਕ, ਹਰ ਇੱਕ ਨੂੰ ਬੜੇ ਪ੍ਰੇਮ ਦੇ ਨਾਲ ਸਤਿਕਾਰ ਦੇ ਨਾਲ ਜਿਹੜੇ ਗੱਲਬਾਤ ਕਰਦੇ ਸੀ, ਬੜੇ ਪਿਆਰ ਦੇ ਨਾਲ ਬੁਲਾਉਂਦੇ ਸੀ। ਤੇ ਗੁਰੂ ਘਰ ਦੇ ਵਿੱਚ ਵੀ ਜੇ ਕੋਈ ਸੇਵਾ ਹੁੰਦੀ ਸੀ ਮੂਹਰੇ ਹੋ ਕੇ ਅੱਗੇ ਹੋ ਕੇ, ਕੋਈ ਮਾਇਆ ਦੀ ਸੇਵਾ ਤਨ ਦੇ ਨਾਲ ਸੇਵਾ ਕਰਨੀ ਹੈ, ਸਭ ਤੋਂ ਪਹਿਲੀ ਕਰਤਾਰ ਦੇ ਵਿੱਚ ਅੱਗੇ ਹੋ ਕੇ ਸੇਵਾਵਾਂ ਨਿਭਾਇਆ ਕਰਦੇ ਸੀ, ਜਿਹੜੇ ਕਿ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਨੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਇੱਕ ਬਹਾਨਾ ਬਣਨਾ ਹੁੰਦਾ ਬਿਮਾਰੀ ਦੇ ਨਾਲ ਜਾਂ ਐਕਸੀਡੈਂਟ ਦੇ ਨਾਲ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਦੀ ਮੌਤ ਹੋਈ ਹੈ, ਕਿਉਂਕਿ ਦੇਸ ਕਾਲ ਵਸਤੂ ਜਿੱਥੇ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਈਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ, ਫਿਰ ਉਸ ਪ੍ਰਭੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜਾਣਾ ਪੈਂਦਾ ਹੈ। ਸੋ ਸਾਨੂੰ ਸਾਰਿਆਂ ਨੂੰ ਸੰਦੀਪ ਵਿਛੋੜਾ ਦੇ ਕੇ ਨੇ ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹਾਂ। ਜਿੰਨੀਆਂ ਵੀ ਸੰਗਤਾਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਪਹੁੰਚੀਆਂ, ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਜਿਹੜੇ ਜਿਵੇਂ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਜਾ ਕੇ ਖੜ ਜਾਈਏ ਤਾਂ ਦੁੱਖ ਅੱਧਾ ਰਹਿ ਜਾਂਦਾ, ਤੇ ਜੇ ਕਿਸੇ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਚਲੇ ਜਾਈਏ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਸੋ ਜਿੰਨੀਆਂ ਵੀ ਸੰਗਤਾਂ ਉਹਨਾਂ ਦੇ ਇਸ ਦੁੱਖ ਦੇ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੀਆਂ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਅਰਦਾਸ ਸਾਰਿਆਂ ਨੇ ਇਹੀ ਕਰਨੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀਓ ਸੰਭਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਮਹਾਰਾਜ ਸੱਚੇ ਪਾਤਸ਼ਾਹ ਜੀਓ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਓ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਉਦਮ ਬਖਸ਼ਿਓ। ਕੀਰਤਨ ਕਰਦਿਆਂ ਤੋਂ, ਗੁਰਮਤਿ ਵਿਚਾਰਾਂ ਕਰਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸੋ ਇਸ ਸਮੇਂ ਆਨੰਦ ਸਾਹਿਬ ਜੀ ਦੇ ਪਾਠ ਹੋਣਗੇ, ਉਪਰੰਤ ਅਰਦਾਸ ਹੋਵੇਗੀ। ਜਿੰਨੀਆਂ ਵੀ ਸੰਗਤਾਂ ਇੱਧਰ ਉੱਧਰ ਨੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਸਜਣ ਦੀ ਕਿਰਪਾਲਤਾ ਕਰੋ। ਜਿੰਨੀਆਂ ਵੀ ਸੰਗਤਾਂ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਦੇ ਵਿੱਚ ਸਜੀਆਂ ਨੇ, ਸਾਰੀਆਂ ਸੰਗਤਾਂ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਹੈ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ, ਰਾਮ ਕਲੀ ਮਹਲਾ ਤੀਜਾ, ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਇਆ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦ ਗਾਵੋ ਕਦੀ ਤੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ,
हे मन मेरिया तू सदा रहो घर नाले हर नाल रहो तू मन मेरे दुख सब विसारना कारो करे तेरा कारज सब सवारना सबना गला समराथ स्वामी तो क्यों मनो विसारे नानक मन मेरे सदा रहो घर नाले साचे साहेबा क्या नहीं करते तेरे सब किछ है जिस देख बेसो पावे सदा सिफत सलाह तेरी नाम मन उठावे नाम जिनके मन बसिया बाजे सब दिखने रे कह नानक सच्चे साहिब क्या नहीं करते रह साचा नाम मेरा अंगारो साच नाम अंगार मेरा दिन भुखा सब गवाया कर शांत सुख मन आए वसिया जिन इच्छा सब पुजाया कुर्बान किता गुरु बिटो जिस दिया बढ़ाया कह नानक सुनो संत हो शब्द तरहो प्यारो सचा नाम मेरा आधारो बाजे अंत शब्द त्रिकार सपागे कार सपागे शब्द बाजे कला जित कर पारिया पंचदूत तुद वास कीते काल कंटक मारिया कर्म पाया तुद जिनका से नाम करके लागे कह नानक तै सुख हुआ तित कर अनहद वादे आनंद सुनो बड़ पाग गो सगल मनोरथ पूरे पार ब्रह्म प्रभ पाया करे सगल सूरे रोग संताप करे समी सखी वाणी संत साजन पे सरसे पूरे गुर ते जानी सुनते पनीत कहते पवित्र सतगुर रहया भरपूरे बिनवंत नानक गुर चारण लागे बाजे अनहद तूरे श्लोक पवन गुरु पानी पिता माता तरत महत दिवस रात दुए दाई दाया दिलै सगल जागत आइया बुझाया वाचा धर्म बदूर करमी आपो अपनी के नेड़े के दूर नाम ते आया गए मसकत काल जिनी नाम ते आया गए मसकत काल नानक ते मुख उजले खेती छुट्टी नाल जिनी नाम ते आया गए मसकत काल नानक ते मुख उजले खेती छुट्टी नाल बोलो वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह जिनी नाम ते आया गए मसकत काल नानक ते मुख उजले खेती छुट्टी नाल नानक ते मुख उजले खेती छुट्टी नाल वाहिगुरु जी का खालसा वाहिगुरु जी की फतेह ठाकुर तुम पग अरदास जियो ਉੱਚੇ ਤੇ ਉੱਚਾ ਪਗ
ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆ। ਜੀ ਤੁਮਰੀ ਗਤ ਮਿਤ ਤੁਮ ਹੀ ਜਾ, ਨਾਨਕ ਦਾਸ ਸਦਾ ਗੁਰ ਤੁਧ ਆਗੇ ਅਰਦਾਸ ਹਮ। ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ।